मच स्टूडेंट्स। मैं ਤੁਹਾਡੇ ਕੈਰੀਅਰ ਦੇ ਬਾਰੇ ਕਿੱਦਾਂ ਤੁਹਾਨੂੰ ਸੋਚਣਾ ਚਾਹੀਦਾ ਉਹਦੇ ਬਾਰੇ ਥੋੜੀ ਜੀ ਗੱਲ ਕਰਾਂਗਾ ਤੇ ਉਹਨੂੰ ਸਮਝਣ ਲਈ ਕਿ ਅਸੀਂ ਕਿੱਦਾਂ ਆਪਣੇ ਕੈਰੀਅਰ ਦੇ ਬਾਰੇ ਸੋਚਣਾ ਚਾਹੀਦਾ ਮੈਂ ਤੁਹਾਨੂੰ ਇੱਕ ਇੰਗਲਿਸ਼ ਦਾ ਵਰਡ ਸਮਝਾਉਣਾ ਚਾਹੁੰਦਾ। ਉਸ ਵਰਡ ਦਾ ਮਤਲਬ ਹੈ ਮੋਟ, MOAT। ਸ਼ਾਇਦ ਤੁਸੀਂ ਸੁਣਿਆ ਹੋਏ ਸ਼ਾਇਦ ਨਾ ਸੁਣਿਆ ਹੋਏ। ਇਹ ਜਿਹੜਾ ਵਰਡ ਹੈ ਇਹਦਾ ਜਿਹੜਾ ਮੀਨਿੰਗ ਹੈ ਉਹ ਕਲੀਅਰ ਹੁੰਦਾ ਜਦੋਂ ਅਸੀਂ ਫੋਟੋ ਦੇਖੀਏ ਕਿ ਮੋਟ ਹੁੰਦਾ ਕੀ ਹੈ। ਸੋ ਇਹ ਜਿਹੜੀ ਫੋਟੋ ਹੈਗੀ ਹੈ ਇਹ ਇੱਕ ਓਬਵੀਅਸਲੀ ਇੱਕ ਕਿਲੇ ਦੀ ਹੈਗੀ ਹੈ ਔਰ ਇਹ ਕਿਲੇ ਦੇ ਆਲੇ ਦੁਆਲੇ ਪਾਣੀ ਦਾ ਇੱਕ ਤੁਸੀਂ ਕਹਿ ਸਕਦੇ ਹੋ ਏਰੀਆ ਬਣਾਇਆ ਹੋਇਆ ਐਂਡ ਤੁਸੀਂ ਇਹ ਦੇਖ ਕੇ ਸਮਝ ਗਏ ਹੋਗੇ ਕਿ ਪੁਰਾਣੇ ਜ਼ਮਾਨੇ ਵਿੱਚ ਇੱਕ ਕਿਲੇ ਦੇ ਵਿੱਚ ਜਿਹੜੇ ਰਾਜੇ ਜਾਂ ਸ਼ਹਿਰ ਵਾਲੇ ਲੋਕ ਰਹਿੰਦੇ ਸੀਗੇ ਉਹ ਜਦੋਂ ਦੁਸ਼ਮਣ ਨੂੰ ਬਾਹਰ ਰੱਖਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਇਹ ਤਰੀਕਾ ਇਸ ਲਈ ਅਪਣਾਇਆ ਸੀਗਾ ਤਾਂ ਕਿ ਜਿਹੜੇ ਲੋਕੀ ਅਟੈਕ ਕਰਦੇ ਉਹਨਾਂ ਨੂੰ ਤੇ ਉਹ ਬਿਲਕੁਲ ਕਿਲੇ ਦੀ ਦੀਵਾਰਾਂ ਦੇ ਨਾਲ ਆ ਕੇ ਅਟੈਕ ਨਾ ਕਰ ਸਕਣ ਜਾਂ ਉੱਤੇ ਰੱਸੀ ਸੁੱਟ ਕੇ ਨਾ ਆ ਸਕਣ ਕਿਉਂਕਿ ਇਹ ਰੁਕਾਵਟ ਉਹਨਾਂ ਲਈ ਹੋਏਗੀ। ਤੇ ਇਹ ਜਿਹੜੀ ਛੋਟਾ ਜਿਹਾ ਬ੍ਰਿਜ ਹੈਗਾ ਇਹ ਬ੍ਰਿਜ ਤੁਸੀਂ ਕਹਿ ਸਕਦੇ ਹੋ ਇਹਦਾ ਨਾਮ ਹੁੰਦਾ ਹੈ ਡਰਾ ਬ੍ਰਿਜ ਤੇ ਕਿਲੇ ਦੇ ਅੰਦਰ ਇੱਕ ਰੱਸੀ ਜੀ ਇੱਕ ਪੁਲੀ ਹੁੰਦਾ ਜਿਹਨੂੰ ਖਿੱਚ ਕੇ ਇਹ ਬ੍ਰਿਜ ਜਾਂ ਪੌੜੀਆਂ ਬਿਲਕੁਲ ਅੰਦਰ ਚਲੇ ਜਾਣੀਆਂ ਜਦੋਂ ਬਾਹਰੋਂ ਕੋਈ ਅਟੈਕ ਕਰਨਾ ਚਾਹੁੰਦਾ। ਸੋ ਇਹ ਜਿਹੜਾ ਕਨਸੈਪਟ ਹੈ ਕਾਫੀ ਪੁਰਾਣਾ ਹੈ, ਸਦੀਆਂ ਪੁਰਾਣਾ ਹੈ ਬਿਕਾਜ਼ ਹੁਣ ਤੇ ਕਿਲੇ ਹੈ ਨਹੀਂ ਨਾ ਕੋਈ ਇੱਦਾਂ ਅਟੈਕ ਕਰਦਾ ਹੈ। ਹੁਣ ਤੇ ਜਿਹੜੀ ਲੜਾਈ ਹੈ ਉਹ ਸਕਿੱਲਸ ਦੀ ਲੜਾਈ ਹੈ ਕਿ ਤੁਹਾਡੇ ਵਿੱਚ ਕੋਈ ਸਕਿੱਲ ਜਾਂ ਹੁਨਰ ਹੈਗਾ ਕਿ ਨਹੀਂ ਹੈਗਾ ਜਿਹਦੇ ਨਾਲ ਤੁਸੀਂ ਸਕਸੈਸ ਜਿੱਥੇ ਹੈਗਾ ਜਿਸ ਕਿਲੇ ਦੇ ਵਿੱਚ ਹੈਗਾ ਉੱਥੇ ਜਾ ਸਕਦੇ ਹੋ। ਬਟ ਪੁਰਾਣੇ ਜ਼ਮਾਨੇ ਵਿੱਚ ਇਹ ਤਰੀਕਾ ਅਪਣਾਇਆ ਜਾਂਦਾ ਸੀਗਾ ਔਰ ਮੈਂ ਇਸ ਕਰਕੇ ਇਹ ਤੁਹਾਨੂੰ ਫੋਟੋ ਦਿਖਾਈ ਹੈ ਕਿ ਤੁਸੀਂ ਸਮਝ ਜਾਓ ਕਿ ਆਪਣੇ ਕੈਰੀਅਰ ਨੂੰ ਵੀ ਤੁਸੀਂ ਇੱਦਾਂ ਹੀ ਇੱਕ ਕਿਲੇ ਵਰਗਾ ਦੇਖੋ। ਸੋ ਇਹ ਕਿਲਾ ਹੋ ਸਕਦਾ ਹੈ ਜਿੱਦਾਂ ਸੋਚੋ ਤੁਸੀਂ ਜੇ ਗ੍ਰਾਫਿਕ ਡਿਜ਼ਾਈਨਰ ਬਣਨਾ ਹੈ ਜਾਂ ਪ੍ਰੋਗਰਾਮਰ ਬਣਨਾ ਹੈ ਔਰ ਜੇ ਵਧੀਆ ਗ੍ਰਾਫਿਕ ਡਿਜ਼ਾਈਨਰ ਜਾਂ ਪ੍ਰੋਗਰਾਮਰ ਬਣਨਾ ਹੈ ਤਾਂ ਤੁਸੀਂ ਇਸ ਕਿਲੇ ਦੇ ਵਿੱਚ ਜਾਣਾ ਹੈ। ਸੋ ਸਿਰਫ ਤੁਸੀਂ ਨਹੀਂ ਜਾਣਾ ਕਿਉਂਕਿ ਹੋਰ ਵੀ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਇੰਨੇ ਸਾਰੇ ਲੱਖਾਂ ਬੱਚੇ ਜਿਹੜੇ ਕਿ ਸੇਮ ਸਕਿੱਲ ਸਿੱਖ ਰਹੇ ਨੇ ਤੇ ਉਹ ਵੀ ਗ੍ਰਾਫਿਕ ਡਿਜ਼ਾਈਨਰ ਬਣਨਾ ਚਾਹੁੰਦੇ ਉਹ ਵੀ ਪ੍ਰੋਗਰਾਮਰ ਬਣਨਾ ਚਾਹੁੰਦੇ ਲੇਕਿਨ ਤੁਸੀਂ ਜਿਹੜੀ ਆਪਣੀ ਸਕਿੱਲ ਹੈ ਉਹਨੂੰ ਇਸ ਲੈਵਲ ਤੱਕ ਲੈ ਕੇ ਜਾਣਾ ਹੈ ਤਾਂ ਕਿ ਜਿਹੜੇ ਦੂਜੇ ਬੱਚੇ ਅੰਦਰ ਆਉਣ ਦੀ ਸੋਚ ਰਹੇ ਨੇ ਔਰ ਤੁਹਾਡੇ ਨਾਲ ਜਿਨ੍ਹਾਂ ਦਾ ਕੰਪੀਟੀਸ਼ਨ ਹੈ ਤੁਸੀਂ ਆਪਣੀ ਸਕਿੱਲਸ ਦੇ ਜ਼ਰੀਏ ਇਹ ਮੋਟ ਇੰਨਾ ਚੌੜਾ ਤੇ ਇੰਨਾ ਡੂੰਘਾ ਬਣਾਓ ਕਿ ਤੁਹਾਡੇ ਲਈ ਕੰਪੀਟੀਸ਼ਨ ਘੱਟ ਹੋਏ। ਔਰ ਇਹਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਜ਼ਿਆਦਾ ਪੜ੍ਹੋ, ਜ਼ਿਆਦਾ ਪ੍ਰੈਕਟਿਸ ਕਰੋ ਔਰ ਜ਼ਿਆਦਾ ਦੇ ਨਾਲ ਸਮਾਰਟ ਐਂਡ ਇੰਟੈਲੀਜੈਂਟ ਪ੍ਰੈਕਟਿਸ ਕਰੋ। ਇੰਟੈਲੀਜੈਂਟ ਸਕਿੱਲਸ ਲਓ, ਸਕਿੱਲਸ ਜਿਹਦੀ ਅੱਜ ਦੁਨੀਆ ਦੇ ਵਿੱਚ ਕੀਮਤ ਹੈ। ਔਰ ਜੇ ਤੁਸੀਂ ਮੇਰੇ ਖਿਆਲ ਨਾਲ ਆਪ ਜਦੋਂ ਸੋਚਦੇ ਹੋ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਤੁਸੀਂ ਜੇ ਕਿਸੇ ਨੂੰ ਹਾਇਰ ਕਰਨਾ ਹੈ ਤੁਸੀਂ ਐਡਵਰਟਾਈਜ਼ ਕੀਤਾ ਹੈ ਤੁਹਾਡੇ ਸਾਹਮਣੇ 2-4 ਕੈਂਡੀਡੇਟ ਹੈਗੇ ਹੈ ਇੱਕ ਨੇ ਸਿਰਫ BA ਕੀਤੀ ਹੈ ਹੋਰ ਕੁਛ ਨਹੀਂ ਕੀਤਾ, ਇੱਕ ਨੇ BCom ਕੀਤੀ ਹੈ ਹੋਰ ਕੁਛ ਨਹੀਂ ਕੀਤਾ, ਇੱਕ ਦੇ ਕੋਲ ਇੰਜੀਨੀਅਰਿੰਗ ਡਿਗਰੀ ਹੈ ਔਰ ਇੱਕ ਬੱਚਾ ਹੈਗਾ ਜਿਹਦੇ ਕੋਲ ਕੋਈ ਡਿਗਰੀ ਨਹੀਂ ਹੈ ਲੇਕਿਨ ਜਿਹੜੀ ਗ੍ਰਾਫਿਕ ਡਿਜ਼ਾਈਨ ਦੀ ਜੌਬ ਤੁਸੀਂ ਕੱਢੀ ਹੈ ਉਸ ਬੱਚੇ ਨੇ ਸਾਰੀ ਸੌਫਟਵੇਅਰਸ ਕੀਤੀਆਂ ਹੋਈਆਂ ਔਰ ਉਹਨੇ ਐਗਜ਼ਾਮਪਲ ਤੁਹਾਨੂੰ ਪਹਿਲਾਂ ਹੀ ਆਪਣੇ ਰੈਜ਼ਿਊਮੇ ਦੇ ਵਿੱਚ ਜਾਂ ਕਵਰ ਲੈਟਰ ਦੇ ਵਿੱਚ ਭੇਜਿਆ ਹੋਇਆ ਜਿਹੜਾ ਕਿ ਤੁਸੀਂ ਕਲਿੱਕ ਕਰਕੇ ਦੇਖ ਲਿਆ ਔਰ ਉਹਦੇ ਡਿਜ਼ਾਈਨ ਬਹੁਤ ਤਗੜੇ ਨੇ। ਹੁਣ ਓਬਵੀਅਸਲੀ ਜਿਹੜਾ ਤੁਸੀਂ ਡਿਗਰੀ ਵਾਲੇ 3 ਬੰਦੇ ਹੈਗੇ ਆ ਉਹਨਾਂ ਨੂੰ ਹਾਇਰ ਕਰਕੇ ਜਦੋਂ ਉਹਨਾਂ ਦਾ ਹੈ ਹੀ ਨਹੀਂ ਕੋਈ ਐਕਸਪੀਰੀਅੰਸ ਉਸ ਲਾਈਨ ਦੇ ਵਿੱਚ ਕੋਈ ਫਾਇਦਾ ਨਹੀਂ ਹੈ। ਸੋ ਜਿਸ ਚੀਜ਼ ਦੇ ਤੁਸੀਂ ਜੋ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਉਹ ਤੁਸੀਂ ਅੱਜ ਦੀ ਦੁਨੀਆ ਵਿੱਚ ਆਪਣੀ BA BCom BSc ਦੇ ਨਾਲ ਤੁਹਾਨੂੰ ਸਿੱਖਣੀ ਪਏਗੀ ਔਰ ਉਹਦਾ ਪ੍ਰੂਫ ਕੰਪਨੀ ਨੂੰ ਦੇਣਾ ਪਏਗਾ ਕਿ ਬਈ ਮੈਨੂੰ ਆਲਰੇਡੀ ਆਉਂਦੀ ਹੈ ਮੈਨੂੰ ਇੰਟਰਵਿਊ ਤੇ ਬੁਲਾਓ। ਸੋ ਇਹ ਕਨਸੈਪਟ ਹੈਗਾ ਮੋਟ ਦਾ ਐਂਡ ਆਈ ਹੋਪ ਕਿ ਇਹ ਜਿਹੜਾ ਵਿਜ਼ੂਅਲ ਹੈ ਜਿਹੜੀ ਇਮੇਜ ਹੈ ਇਹਦੇ ਨਾਲ ਤੁਸੀਂ ਸਮਝ ਗਏ ਕਿ ਕਿੱਦਾਂ ਮੋਟ ਦਾ ਕਨਸੈਪਟ ਆਪਣੇ ਕੈਰੀਅਰ ਨੂੰ ਵੀ ਔਰ ਜੇ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਤੇ ਬਿਜ਼ਨਸ ਵਿੱਚ ਵੀ ਅਪਲਾਈ ਕਰ ਸਕਦੇ ਹੋ ਇਹੀ ਚੀਜ਼ ਕਿ ਬਈ ਤੁਸੀਂ ਇਹੋ ਜਿਹਾ ਪ੍ਰੋਡਕਟ ਬਣਾਓ ਜਿਹਦੇ ਨਾਲ ਕੰਪੀਟੀਸ਼ਨ ਤੁਹਾਨੂੰ ਨਹੀਂ ਅਟੈਕ ਕਰ ਸਕਦਾ ਉਹਦੇ ਕੰਪੀਟੀਸ਼ਨ ਦੇ ਪ੍ਰੋਡਕਟ ਵਿੱਚ ਔਰ ਤੁਹਾਡੇ ਪ੍ਰੋਡਕਟ ਵਿੱਚ ਬਹੁਤ ਦੂਰੀ ਹੈ। ਜੇ ਇਹ ਹੈਗਾ ਹੈ ਮਾਰਕੀਟ ਦਾ ਸਕਸੈਸ ਤੇ ਤੁਹਾਡਾ ਪ੍ਰੋਡਕਟ ਆਲਰੇਡੀ ਹੋਏ ਇੱਥੇ ਤੇ ਦੂਜੀ ਕੰਪਨੀ ਦਾ ਪ੍ਰੋਡਕਟ ਇੱਥੇ ਨਹੀਂ ਆ ਸਕਦਾ ਕਿਉਂਕਿ ਸ਼ਾਇਦ ਤੁਸੀਂ ਬੈਟਰ ਟੈਕਨੋਲੋਜੀ ਯੂਜ਼ ਕੀਤੀ ਹੈ ਤੁਹਾਡੀ ਪੈਕੇਜਿੰਗ ਬਹੁਤ ਵਧੀਆ ਹੈ ਮੇਬੀ ਐਨਵਾਇਰਨਮੈਂਟ ਫਰੈਂਡਲੀ ਹੈ
whatever the distinguishing factor is, मतलब ਤੁਹਾਡੀ product, ਤੁਹਾਡੀ service, ਤੁਹਾਡਾ career, ਤੁਹਾਡੀ skill, ਉਹਦੇ ਵਿੱਚ ਇਹੋ ਜਿਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ competition ਨੂੰ legally ਬਾਹਰ ਰੱਖਿਆ ਜਾਏ, ਦੂਰ ਰੱਖਿਆ ਜਾਏ। ਸੋ ਜਿੱਦਾਂ ਮੋਟ ਦਾ ਕਨਸੈਪਟ ਕਰੀਅਰ ਨੂੰ ਅਪਲਾਈ ਕੀਤਾ ਜਾ ਸਕਦਾ ਹੈ, ਉਦਾਂ ਹੀ ਮੋਟ ਦਾ ਕਨਸੈਪਟ ਬਿਜ਼ਨਸ ਨੂੰ ਵੀ ਅਪਲਾਈ ਕੀਤਾ ਜਾ ਸਕਦਾ। ਸੋ ਜੇ ਇੱਕ ਤੁਸੀਂ ਸੋਚਦੇ ਹੋ ਕਿ ਤੁਸੀਂ ਛੋਟਾ ਜਿਹਾ ਬਿਜ਼ਨਸ ਚਲਾ ਰਹੇ ਹੋ ਤੇ ਕੁਝ ਫੈਕਟਰਸ ਇੱਥੇ ਹੈਗੇ ਆ ਜਿਨ੍ਹਾਂ ਦੇ ਹਿਸਾਬ ਨਾਲ ਤੁਹਾਨੂੰ ਚਾਹੀਦਾ ਹੈ ਕਿ ਤੁਹਾਡਾ ਬਿਜ਼ਨਸ ਯੂਨੀਕ ਹੋਏ, ਡਿਫਰੈਂਟ ਹੋਏ। ਸੋ ਫॉर ਐਗਜ਼ਾਮਪਲ ਇੱਕ ਚੀਜ਼ ਹੈਗੀ ਹੈ ਸਵਿਚਿੰਗ ਕਾਸਟਸ। ਸਵਿਚਿੰਗ ਕਾਸਟ ਹੁੰਦੇ ਕਿ ਭਾਈ ਜੇ ਤੁਸੀਂ ਕੋਈ ਬਿਜ਼ਨਸ ਖੋਲ੍ਹਿਆ ਤੇ ਤੁਹਾਡੇ ਕਸਟਮਰਸ ਨੂੰ ਥੋੜੀ ਜਿਹੀ ਪ੍ਰੋਬਲਮ ਹੋਣੀ ਚਾਹੀਦੀ ਹੈ ਜੇ ਤੁਹਾਡਾ ਬਿਜ਼ਨਸ ਛੱਡ ਕੇ ਕਿਸੇ ਹੋਰ ਕੋਲ ਜਾਣ, ਲੇਕਿਨ ਐਟ ਦ ਸੇਮ ਟਾਈਮ ਜਿਹੜੇ ਦੂਜੇ ਕਸਟਮਰ ਨੇ ਉਹ ਆਸਾਨੀ ਦੇ ਨਾਲ ਔਰ ਘੱਟ ਕਾਸਟ ਵਿੱਚ ਤੁਹਾਡੇ ਬਿਜ਼ਨਸ ਜਾਂ ਤੁਹਾਡੀ ਪ੍ਰੋਡਕਟ ਜਾਂ ਸਰਵਿਸ ਵਿੱਚ ਸਵਿਚ, ਯਾਨੀ ਕਿ ਦੂਜੇ ਦਾ ਪ੍ਰੋਡਕਟ ਛੱਡ ਕੇ ਉਹ ਤੁਹਾਡਾ ਪ੍ਰੋਡਕਟ ਯੂਜ਼ ਕਰ ਸਕਣ। ਇਹ ਇੱਕ ਕਨਸੈਪਟ ਹੈਗਾ ਸਵਿਚਿੰਗ ਕਾਸਟ, ਜਿਹਦੇ ਬਾਰੇ ਸੋਚਣਾ ਚਾਹੀਦਾ। ਇੱਕ ਹੋਰ ਫੈਕਟਰ ਹੈਗਾ, ਇੱਕ ਹੋਰ ਐਂਗਲ ਨਾਲ ਦੇਖਿਆ ਜਾ ਸਕਦਾ ਹੈ ਮੋਟ ਦਾ ਕਨਸੈਪਟ ਬਿਜ਼ਨਸ ਨਹੀਂ, ਉਹ ਹੈਗਾ ਕਿ ਕਾਸਟ ਐਡਵਾਂਟੇਜ, ਕਿ ਬਈ ਤੁਹਾਡਾ ਪ੍ਰੋਡਕਟ ਕਾਫੀ ਸਸਤਾ ਹੋਣਾ ਚਾਹੀਦਾ ਹੈ, ਸਰਵਿਸ ਤੁਹਾਡੀ ਸਸਤੀ ਹੋਣੀ ਚਾਹੀਦੀ ਹੈ ਕੰਪੇਅਰ ਟੂ ਦੀ ਅਦਰਸ। ਹੁਣ ਕਾਸਟ ਸਿਰਫ ਤੁਸੀਂ ਇਸ ਐਂਗਲ ਨਾਲ ਨਾ ਦੇਖੋ ਕਿ ਬਈ ਕੋਈ ਹੋਰ 100 ਰੁਪਏ ਚਾਰਜ ਕਰ ਰਿਹਾ ਤੇ ਮੈਂ 90 ਰੁਪਏ ਚਾਰਜ ਕਰ ਦਾਂਗਾ, ਕਿਉਂਕਿ ਫਿਰ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਸਿਰਫ ਮਹਿਜ਼ 10 ਰੁਪਏ ਦੇ ਲਈ ਕੋਈ ਐਗਜ਼ਿਸਟਿੰਗ ਰਿਲੇਸ਼ਨਸ਼ਿਪ, ਐਗਜ਼ਿਸਟਿੰਗ ਕੰਪਨੀ ਜਿੱਥੇ ਸਾਰਾ ਕੁਝ ਸੈੱਟ ਹੈ, ਕੋਈ ਤੁਹਾਨੂੰ ਜਾ ਕੇ ਬਿਜ਼ਨਸ ਦੇ ਦੇਗਾ? ਹੋ ਸਕਦਾ ਹੈ ਔਰ ਨਹੀਂ ਵੀ ਹੋ ਸਕਦਾ। ਫਿਰ ਇੱਕ ਚੀਜ਼ ਬਿਜ਼ਨਸ ਵਿੱਚ ਹੁੰਦੀ ਹੈ ਨੈਟਵਰਕ ਇਫੈਕਟਸ। ਇਹਦਾ ਮਤਲਬ ਹੈ ਕਿ ਜਿੱਦਾਂ ਤੁਹਾਡਾ ਬਿਜ਼ਨਸ ਜ਼ਿਆਦਾ ਪਪੂਲਰ ਹੁੰਦਾ ਹੈ ਉੱਦਾਂ ਜ਼ਿਆਦਾ ਲੋਕ ਆਉਂਦੇ। ਤੁਹਾਨੂੰ ਸ਼ਾਇਦ ਯਾਦ ਹੋਣਾ ਚਾਹੀਦਾ ਕਿ WhatsApp, Facebook, ਇਹ ਸਾਰੀਆਂ ਚੀਜ਼ਾਂ ਕਿੱਦਾਂ ਪਪੂਲਰ ਹੋਈਆਂ? ਇਹ ਪਪੂਲਰ ਇੱਦਾਂ ਹੋਈਆਂ ਕਿਉਂਕਿ ਤੁਹਾਡੇ ਦੋਸਤ ਫੇਸਬੁੱਕ ਤੇ ਸੀਗੇ, ਤੁਹਾਨੂੰ ਪਤਾ ਚੱਲਿਆ ਕਿ ਯਾਰ ਮੇਰਾ ਦੋਸਤ ਵੀ, ਮੇਰੇ ਸਕੂਲ ਦੇ ਫਰੈਂਡ, ਮੇਰੇ ਟਿਊਸ਼ਨ ਦੇ ਫਰੈਂਡ ਸਾਰੇ ਫੇਸਬੁੱਕ ਤੇ ਹੈਗੇ ਨੇ, ਤੇ ਤੁਸੀਂ ਵੀ ਫੇਸਬੁੱਕ ਤੇ ਆ ਗਏ। ਉਹਨੂੰ ਕਹਿੰਦੇ ਨੈਟਵਰਕ ਇਫੈਕਟ। ਸੋ ਆਪਣੇ ਬਿਜ਼ਨਸ ਦੇ ਬਾਰੇ ਵੀ ਇੱਦਾਂ ਸੋਚੋ। ਫਿਰ ਸੋਚੋ ਕਿ ਤੁਹਾਡੇ ਬਿਜ਼ਨਸ ਕੋਲ ਕੋਈ ਇਨਟੈਂਜੀਬਲ ਐਸੈਟ ਹੋਣਾ ਚਾਹੀਦਾ, ਕੋਈ ਇਹੋ ਜਿਹੀ ਚੀਜ਼ ਜਿਹੜਾ ਦੂਜਾ ਲੀਗਲੀ ਕਾਪੀ ਨਹੀਂ ਕਰ ਸਕਦਾ, ਕਿਉਂਕਿ ਟ੍ਰੇਡ ਜਾਂ ਪੈਟੈਂਟ ਹੈਗਾ, ਸ਼ਾਇਦ ਬ੍ਰਾਂਡ ਨੇਮ ਬਹੁਤ ਤਗੜਾ ਹੈਗਾ ਹੈ, ਲੋਕਾਂ ਨੇ ਟੀਵੀ 'ਚ ਦੇਖਿਆ ਹੋਇਆ, ਲੋਕਾਂ ਨੂੰ ਭਰੋਸਾ ਹੈ ਤੁਹਾਡੇ ਨਾਮ ਤੇ, ਉਹ ਵੀ ਇਹੋ ਜਿਹੀ ਚੀਜ਼ ਬਣ ਸਕਦੀ ਹੈ। ਔਰ ਐਫੀਸ਼ੀਐਂਟ ਸਕੇਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦਾ ਮਤਲਬ ਕਿ ਤੁਸੀਂ ਮਾਰਕੀਟ ਦਾ ਇੰਨੇ ਜ਼ਿਆਦਾ ਕਸਟਮਰ ਲੈ ਲਏ ਕਿ ਦੂਜੇ ਲਈ ਸ਼ਾਇਦ ਕਸਟਮਰ ਛੱਡੇ ਹੀ ਨਹੀਂ। ਸੋ ਆਪਣੇ ਬਿਜ਼ਨਸ ਦੇ ਬਾਰੇ ਇਹ ਵਾਲੇ ਐਂਗਲਸ ਨਾਲ ਸੋਚਿਆ ਕਰੋ, ਔਰ ਸੇਮ ਚੀਜ਼ ਤੁਸੀਂ ਆਪਣੇ ਕਰੀਅਰ ਲਈ ਵੀ ਅਪਲਾਈ ਕਰ ਸਕਦੇ ਹੋ। ਸੋ ਆਪਣੇ ਕਰੀਅਰ ਲਈ ਕਿੱਦਾਂ ਇਹ ਚੀਜ਼ ਅਪਲਾਈ ਕੀਤੀ ਜਾ ਸਕਦੀ ਹੈ? ਉਹ ਇੱਕ ਜੈਪਨੀਜ਼ ਕਨਸੈਪਟ ਹੈ ਜਿਹੜਾ ਕੁਝ ਹੱਦ ਤੱਕ ਤੁਸੀਂ ਕਹਿ ਸਕਦੇ ਹੋ ਸ਼ਾਇਦ ਮੋਟ ਦੇ ਨਾਲ ਮਿਲਦਾ ਜੁਲਦਾ ਹੈ। ਉਹ ਜੈਪਨੀਜ਼ ਕਨਸੈਪਟ ਹੈ ਕਿ ਉਹਦਾ ਨਾਮ ਹੈ ਇਕੀਗਾਏ। ਇਕੀਗਾਏ ਇਹ ਵਾਲਾ ਏਰੀਆ ਹੈ ਜਿੱਥੇ ਸਾਰੇ ਸਰਕਲਸ ਦਾ ਇੰਟਰਸੈਕਸ਼ਨ ਹੁੰਦਾ। ਸੋ ਫॉर ਐਗਜ਼ਾਮਪਲ ਸਾਰੇ ਲੋਕੀ ਕਹਿੰਦੇ ਕਿ ਵੀ ਨੌਕਰੀ ਉਹ ਕਰੋ ਜਾਂ ਬਿਜ਼ਨਸ ਉਹ ਕਰੋ ਜਿਹੜਾ ਤੁਸੀਂ ਇੰਜੋਏ ਕਰਦੇ ਹੋ, ਵਾਟ ਯੂ ਲਵ, ਉਹ ਚੀਜ਼ ਕਰੋ ਜਿਹਦੇ ਵਿੱਚ ਤੁਸੀਂ ਚੰਗੇ ਹੋ, ਔਰ ਉਹ ਚੀਜ਼ ਕਰੋ ਆਬਵੀਅਸਲੀ ਜਿਹਦੇ ਵਿੱਚ ਤੁਹਾਨੂੰ ਪੈਸੇ ਮਿਲ ਸਕਦੇ ਨੇ। ਸੋ ਇਹ ਸਾਰੇ ਜਿਹੜੇ ਐਂਡ ਆਬਵੀਅਸਲੀ ਉਹ ਚੀਜ਼ ਦੇ ਲਈ ਉਹੀ ਚੀਜ਼ ਲਈ ਪੈਸੇ ਮਿਲਣਗੇ ਜਿਹੜੀ ਕਿ ਦੁਨੀਆ ਨੂੰ ਉਸ ਚੀਜ਼ ਦੀ ਲੋੜ ਹੈ। ਤੇ ਹੁਣ ਜਿੱਦਾਂ ਮੈਂ ਐਗਜ਼ਾਮਪਲ ਤੁਹਾਨੂੰ ਦੇਵਾਂ ਕਿ ਸਪੋਜ਼ ਕਰੋ ਕੋਈ ਕੰਪਿਊਟਰ ਲੈਂਗੁਏਜ ਹੈ ਜਿਹੜੀ ਕਿ 1980 ਦੇ ਵਿੱਚ ਪਪੂਲਰ ਸੀਗੀ, ਉਹਦੀ ਲੈਂਗੁਏਜ ਦੀ ਲੋੜ ਹੈ, ਦੁਨੀਆ ਨੂੰ ਹੈ ਨਹੀਂ, ਤੇ ਜੇ ਦੁਨੀਆ ਨੂੰ ਲੋੜ ਨਹੀਂ ਹੈ ਤਾਂ ਤੁਹਾਨੂੰ ਕੋਈ ਪੈਸੇ ਵੀ ਨਹੀਂ ਮਿਲਣੇ ਉਸ ਸਕਿੱਲ ਦੇ। ਸੋ ਉਹ ਇਕਾਗਾਈ ਨਹੀਂ ਹੈ। ਲੇਕਿਨ ਜਿਹੜੀ ਲੈਂਗੁਏਜ ਅੱਜ ਚੱਲ ਰਹੀ ਹੈ ਔਰ ਅਗਲੇ ਕੁਝ ਸਾਲਾਂ ਦੇ ਵਿੱਚ ਚੱਲੇਗੀ, ਉਹ ਬਿਲਕੁਲ ਇੰਟਰਸੈਕਸ਼ਨ ਇੱਥੇ ਬੈਠੇਗਾ, ਕਿਉਂਕਿ ਉਹਦੇ ਲਈ ਤੁਹਾਨੂੰ ਪੈਸੇ ਵੀ ਮਿਲਣਗੇ, ਦੁਨੀਆ ਵਿੱਚ ਲੋੜ ਵੀ ਹੈ, ਹੋ ਸਕਦਾ ਤੁਹਾਨੂੰ ਪ੍ਰੋਗਰਾਮਿੰਗ ਪਸੰਦ ਹੋਏ, ਔਰ ਕੁਝ ਪ੍ਰੈਕਟਿਸ ਦੇ ਨਾਲ ਤੁਸੀਂ ਚੰਗੇ ਵੀ ਹੋ ਸਕਦੇ ਹੋ ਉਸ ਸਕਿੱਲ ਦੇ ਉੱਤੇ। ਸੋ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਸੋਚੋ ਜੋ ਵੀ ਤੁਸੀਂ ਆਪਣੇ ਕਰੀਅਰ ਵਿੱਚ ਸੋਚ ਰਹੇ ਹੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਇਹ ਜਿਹੜਾ ਫਰੇਮਵਰਕ, ਇਹ ਜਿਹੜੀ ਅਪਰੋਚ ਹੈਗੀ ਹੈ, ਇਹਦੇ ਨਾਲ ਤੁਹਾਨੂੰ ਹੈਲਪ ਹੋਏਗੀ ਡਿਸਾਈਡ ਕਰਨ ਲਈ ਕਿ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ। ਔਰ ਜਿਹੜਾ ਅਸੀਂ ਇਹ ਵਾਲਾ ਕਨਸੈਪਟ ਜਿਹੜੇ ਮੋਟ ਦੇ ਡਿਫਰੈਂਟ ਫੈਕਟਰਸ ਅਸੀਂ ਦੇਖੇ ਸੀਗੇ, ਜੇ ਤੁਸੀਂ ਕਰੀਅਰ ਦੇ ਹਿਸਾਬ ਨਾਲ ਸੋਚਦੇ ਹੋ, ਬਿਜ਼ਨਸ ਵਾਲਾ ਅਸੀਂ ਕਵਰ ਕੀਤਾ ਸੀਗਾ। ਸੋ ਸਵਿਚਿੰਗ ਕਾਸਟ। ਸੋ ਤੁਸੀਂ ਇਹ ਸੋਚੋ ਕਿ ਬਈ ਹਾਲੇ ਤੱਕ ਤੁਸੀਂ ਲਾਈਫ ਵਿੱਚ ਕੀ ਕੀਤਾ ਹੈ, ਜੇ ਉਹਦੇ ਨਾਲ ਦਾ ਹੀ ਮਿਲਦਾ ਜੁਲਦਾ ਕੋਈ ਇਹੋ ਜਿਹੀ ਸਕਿੱਲ ਦੇਖੋ ਕਿ ਕੋਈ ਇੰਨੀ ਡਿਫਰੈਂਟ ਨਾ ਹੋਏ ਕਿ ਤੁਹਾਨੂੰ, ਜਿੱਦਾਂ ਸਪੋਜ਼ ਕਰੋ ਹੁਣ
तो किसी ने बीकॉम की है और वो कहे मैं डॉक्टर बनना है, ये तो बहुत ज़्यादा बड़ा स्विच हो गया ना। ये तो वापस जाके ਤੁਹਾਨੂੰ 12th ਦੇ ਵਿੱਚ ਸਾਇੰਸ ਕਰਨੀ ਪੈਣੀ ਹੈ, ਫਿਰ ਤੁਸੀਂ ਪ੍ਰੀ ਮੈਡ ਕਰੋਗੇ, ਫਿਰ ਮੈਡੀਕਲ ਵਿੱਚ ਜਾਓਗੇ। ਜੇ ਤੇ ਬਿਲਕੁਲ ਹੀ ਤੁਸੀਂ ਠਾਣੀ ਹੋਈ ਹੈ ਕਿ ਡਾਕਟਰ ਹੀ ਬਣਨਾ ਹੈ ਔਰ ਤੁਹਾਨੂੰ ਕੋਈ ਟਾਈਮ ਦੀ ਚਿੰਤਾ ਨਹੀਂ ਹੈ, ਤੁਸੀਂ ਕਰ ਸਕਦੇ ਹੋ। ਲੇਕਿਨ ਜ਼ਿਆਦਾਤਰ ਲੋਕ ਕਹਿਣਗੇ ਕਿ ਬਈ ਸ਼ਾਇਦ ਨਹੀਂ, ਜੋ ਮੈਂ ਕੀਤਾ ਹੈ ਉਹਦੇ ਨਾਲ ਮਿਲਦਾ ਜੁਲਦਾ ਯਾਦ ਰਹੇ। ਸੋ ਈਵਨ ਜੇ ਤੁਸੀਂ ਪ੍ਰੋਗਰਾਮਿੰਗ ਨਹੀਂ ਕੀਤੀ, ਤੁਸੀਂ ਪ੍ਰੋਗਰਾਮਰ ਬਣ ਸਕਦੇ ਹੋ। ਈਵਨ ਜੇ ਗ੍ਰਾਫਿਕ ਡਿਜ਼ਾਈਨ ਨਹੀਂ ਕੀਤਾ, ਗ੍ਰਾਫਿਕ ਡਿਜ਼ਾਈਨਰ ਬਣ ਸਕਦੇ ਹੋ। ਇਹ ਇਸ ਕਰਕੇ ਦੋ ਮਿਲਦੀਆਂ ਜੁਲਦੀਆਂ ਚੀਜ਼ਾਂ ਜਿਹੜੀਆਂ ਅਸੀਂ ਬਾਰ-ਬਾਰ ਇਸ ਪ੍ਰੈਜੈਂਟੇਸ਼ਨ ਵਿੱਚ ਸ਼ੇਅਰ ਕਰਾਂਗੇ, ਕਿਉਂਕਿ ਇਹਨਾਂ ਦੇ ਵਿੱਚ ਸਾਡੀ ਸਕਿੱਲ ਹੈਗੀ ਹੈ ਕਰੀਅਰ ਇੰਜਨ ਦੀ। ਇਹ ਚੀਜ਼ਾਂ ਅਸੀਂ ਤੁਹਾਨੂੰ ਸਿਖਾ ਸਕਦੇ ਹਾਂ। ਸੋ ਕਾਸਟ ਐਡਵਾਂਟੇਜ ਵਾਲੀ ਜਿਹੜੀ ਗੱਲ ਹੋਈ ਸੀਗੀ ਬਿਜ਼ਨਸ ਦੇ ਲਈ, ਜੇ ਆਪਣੇ ਕਰੀਅਰ ਦੇ ਹਿਸਾਬ ਨਾਲ ਦੇਖੋ ਤੇ ਕਾਸਟ ਐਡਵਾਂਟੇਜ ਵਾਲੀ ਗੱਲ ਹੋਈ ਕਿ ਬਈ ਤੁਹਾਡੇ ਕੋਲ ਉਹ ਸਕਿੱਲ ਜਿਹੜੀ ਤੁਸੀਂ ਚਾਹੁੰਦੇ ਹੋ ਸਿੱਖਣ ਲਈ, ਉਹ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ। ਹੁਣ ਕੋਈ ਬੰਦਾ ਕਹੇ ਕਿ ਮੈਂ ਨਾਸਾ ਦੇ ਵਿੱਚ ਜਿਹੜੀ ਸਪੇਸ ਸ਼ਟਲ ਹੈਗੀ ਹੈ ਉਹਦੇ ਵਿੱਚ ਮੈਂ ਐਸਟਰੋਨੌਟ ਬਣ ਕੇ ਜਾਣਾ ਹੈ। ਹੁਣ ਉਸ ਟ੍ਰੇਨਿੰਗ ਲਈ ਪ੍ਰੋਬੇਬਲੀ ਪੂਰੇ ਇੰਡੀਆ ਦੇ ਵਿੱਚ ਬਹੁਤ ਘੱਟ ਜਗ੍ਹਾ ਨੇ ਔਰ ਜਿਹੜੀਆਂ ਹੋਣਗੀਆਂ ਸ਼ਾਇਦ ਬਹੁਤ ਮਹਿੰਗੀਆਂ ਹੋਣਗੀਆਂ। ਸੋ ਇਸ ਐਂਗਲ ਨਾਲ ਥੋੜਾ ਜਿਹਾ ਰੀਅਲਿਸਟਿਕ ਵੀ ਦੇਖਣਾ ਚਾਹੀਦਾ ਹੈ, ਥੋੜਾ ਜਿਹਾ ਬੰਦੇ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਕਿ ਭਈ ਕੀ ਪੋਸੀਬਲ ਹੈ ਔਰ ਜਿਹੜੀਆਂ ਚੀਜ਼ਾਂ ਇੰਪੋਸੀਬਲ ਹੈਗੀਆਂ ਉਹਨਾਂ ਨੂੰ ਛੱਡ ਦਿਓ ਔਰ ਜਿਹੜਾ ਰੀਅਲਿਸਟਿਕ ਔਰ ਪੋਸੀਬਲ ਹੈ ਉਹਨੂੰ ਦੇਖੋ। ਨੈਟਵਰਕ ਇਫੈਕਟ ਜਿਹੜਾ ਤੁਹਾਨੂੰ ਫੇਸਬੁੱਕ ਵਾਲਾ ਐਗਜ਼ਾਮਪਲ ਦਿੱਤਾ ਸੀਗਾ, ਸੇਮ ਚੀਜ਼ ਇੱਥੇ ਹੈ ਕਿ ਭਈ ਕੋਈ ਇਹੋ ਜਿਹੀ ਸਕਿੱਲ ਨਾ ਸਿੱਖੋ ਜਿਹਦੇ ਨਾਲ ਤੁਸੀਂ ਇਕੱਲੇ ਹੀ ਹੋ ਉਹ ਚੀਜ਼ ਸਿੱਖਦੇ। ਕਿਉਂਕਿ ਜੇ ਹੋਰ ਸਟੂਡੈਂਟਸ ਉਹ ਚੀਜ਼ ਸਿੱਖ ਰਹੇ ਨੇ ਤੇ ਉਹਨਾਂ ਨਾਲ ਦੋਸਤੀ ਕਰੋ, ਉਹਨਾਂ ਨਾਲ ਉਸ ਚੀਜ਼ਾਂ ਦੇ ਬਾਰੇ ਗੱਲ ਕਰੋ, ਉਹੋ ਜਿਹੇ ਟੀਚਰ ਢੂੰਡੋ, ਉਹੋ ਜਿਹੇ ਦੋਸਤ ਢੂੰਡੋ, ਉਹੋ ਜਿਹੇ YouTube ਚੈਨਲ ਢੂੰਡੋ, ਉਹੋ ਜਿਹੇ ਸਕੂਲ ਟਿਊਸ਼ਨ ਸੈਂਟਰ ਢੂੰਡੋ, ਤਾਂ ਕਿ ਉਹ ਸਾਰਾ ਕੁਝ ਤੁਸੀਂ ਆਪਣਾ ਜਿਹੜਾ ਤੁਹਾਡਾ ਪੂਰਾ ਨੈਟਵਰਕ ਹੈ, ਜਿਹੜਾ ਪੂਰੇ ਤੁਹਾਡੇ ਫਰੈਂਡਸ ਫੈਮਿਲੀ ਸਰਕਲ ਹੈਗਾ, ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਆਪਣੇ ਉਸ ਕਰੀਅਰ ਵਾਲੇ ਟਾਰਗੇਟ ਵਿੱਚ ਜਾਣ ਲਈ। ਸੋ ਆਪਣਾ ਜੇ ਇਨਟੈਂਜੀਬਲ ਐਸੈਟਸ ਦੀ ਗੱਲ ਹੋਈ ਤੇ ਦੇਖੋ ਕਿ ਬਈ ਹੋ ਸਕਦਾ ਹੈ ਕਿ ਸਕਿੱਲ ਬਹੁਤ ਵਧੀਆ ਹੈ, ਤੁਸੀਂ ਉਹਦੇ ਕਰੀਅਰ ਪ੍ਰੋਸਪੈਕਟਸ ਵੀ ਅੱਛੇ ਹੈ, ਤੁਹਾਡਾ ਇੰਟਰਸਟ ਵੀ ਹੈ, ਸਾਰਾ ਕੁਝ ਹੈਗਾ, ਲੇਕਿਨ ਕੀ ਉਹ ਸਕਿੱਲ ਤੁਹਾਡੇ ਸਿਟੀ ਦੇ ਵਿੱਚ ਜਾਂ ਤੁਹਾਡੇ ਸਿਟੀ ਦੇ ਨੇੜੇ ਉਹ ਪੜ੍ਹਾਈ ਜਾ ਸਕਦੀ ਹੈ, ਉਹ ਵੀ ਦੇਖਣਾ ਜ਼ਰੂਰੀ ਹੈ। ਕਿਉਂਕਿ ਸਾਰਾ ਕੁਝ ਤੁਸੀਂ ਆਨਲਾਈਨ ਨਹੀਂ ਸਿੱਖਦੇ। ਜੇ ਕਿਸੇ ਅੱਛੇ ਕਾਲਜ ਵਿੱਚ ਐਡਮਿਸ਼ਨ ਮਿਲ ਜਾਏ ਜਿਹੜੀ ਉੱਥੇ ਸੇਮ ਸਕਿੱਲ ਜਾਂ ਮਿਲਦੀ ਜੁਲਦੀ ਸਕਿੱਲ ਸਿਖਾਈ ਜਾਏ ਤੇ ਉਹ ਵੀ ਬਹੁਤ ਵਧੀਆ ਗੱਲ ਹੈ। ਔਰ ਸਕੇਲ ਦਾ ਵੀ ਸੋਚੋ ਕਿ ਬਈ ਹਰ ਸਟੂਡੈਂਟ ਦੇ ਕੋਲ ਸਿਰਫ 24 ਘੰਟੇ ਨੇ ਤੇ ਇਹ ਨੈਟਵਰਕ ਇਫੈਕਟ ਦੇ ਨਾਲ ਮਿਲਦੀ ਜੁਲਦੀ ਗੱਲ ਹੈ ਕਿ ਬਈ ਤੁਸੀਂ ਉਹ ਸਕਿੱਲ ਨੂੰ ਬਾਰ-ਬਾਰ 24 ਘੰਟੇ ਦੇ ਵਿੱਚ ਕਿੰਨੀ ਵਾਰ ਪ੍ਰੈਕਟਿਸ ਕਰ ਸਕਦੇ ਹੋ। ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਔਰ ਜਿੰਨੀ ਜ਼ਿਆਦਾ ਸਮਾਰਟ ਪ੍ਰੈਕਟਿਸ ਕਰੋਗੇ ਉਨੀ ਹੀ ਵਧੀਆ ਚੀਜ਼ ਹੈ। ਅਸੀਂ ਆਪਣੀ ਤਰਫੋਂ ਗ੍ਰਾਫਿਕ ਡਿਜ਼ਾਈਨ ਲਈ ਔਰ ਪ੍ਰੋਗਰਾਮਿੰਗ ਲਈ ਇਹ ਸਾਰੀਆਂ ਚੀਜ਼ਾਂ ਨੂੰ ਸੋਲਵ ਕਰਨਾ ਚਾਹੁੰਦੇ ਹਾਂ ਤੁਹਾਡੇ ਲਈ। ਸੋ ਜੇ ਤੁਸੀਂ ਕਹੋ ਕਿ ਓਕੇ ਜੀ ਮੈਨੂੰ ਥਿਊਰੀ ਸਮਝ ਆ ਗਈ, ਮੈਂ ਹੁਣ ਆਪਣੇ ਲਈ ਮੈਂ ਟਰਾਈ ਕਰਨਾ ਚਾਹੁੰਦਾ ਮੋਟ ਵਾਲਾ ਕਨਸੈਪਟ, ਤੇ ਮੈਂ ਕੀ ਕਰਾਂ। ਓਕੇ, ਸੋ ਪਹਿਲੀ ਚੀਜ਼ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਇਹ ਵਾਲੀ ਜਿਹੜੀ ਐਪ ਹੈਗੀ ਹੈ ਕਰੀਅਰ ਇੰਜਨ, ਜਿਹੜੀ ਅਸੀਂ ਡਿਵੈਲਪ ਕੀਤੀ ਹੈ, ਇਹਨੂੰ ਕਰੋ ਡਾਊਨਲੋਡ ਆਪਣੇ ਫੋਨ ਤੇ। ਐਂਡਰੋਇਡ ਐਪ ਹੈਗੀ ਹੈ ਔਰ ਇਹਦੇ ਵਿੱਚ ਇੱਕ ਪਰਸਨੈਲਿਟੀ ਕਰੀਅਰ ਕੁਇਜ਼ ਹੈਗੀ ਹੈ। ਕੋਈ ਕਾਸਟ ਨਹੀਂ ਹੈ, ਤੁਸੀਂ ਜਾ ਕੇ ਉਹ ਕੁਇਜ਼ ਲਓ ਔਰ ਸੱਚੇ ਤਰ੍ਹਾਂ ਜੋ ਪਹਿਲਾ ਆਨਸਰ ਤੁਹਾਡੇ ਦਿਮਾਗ ਵਿੱਚ ਕੁਐਸਚਨ ਦਾ ਆਉਂਦਾ ਹੈ, ਕੋਈ ਆਨਸਰ ਸਹੀ ਗਲਤ ਨਹੀਂ ਹੈ, ਉਹਨੂੰ ਆਨਸਰ ਕਰੋ। ਐਟ ਦੀ ਐਂਡ ਆਫ ਦਾ ਕੁਇਜ਼ ਦੇ ਐਂਡ ਦੇ ਵਿੱਚ ਜੋ ਤੁਹਾਡਾ ਇੱਕ ਤੁਹਾਨੂੰ ਪ੍ਰੋਗਰਾਮ ਹੈ ਜਿਹੜਾ ਉਹ ਦੱਸੇਗਾ ਕਿ ਵੀ ਸਾਡੇ ਮੁਤਾਬਿਕ ਇਹ ਲੱਗਦਾ ਹੈ ਕਿ ਤੁਹਾਡੀ ਜਿਹੜੀ ਪਰਸਨੈਲਿਟੀ ਹੈ ਇਸ ਤਰ੍ਹਾਂ ਦੀ ਹੈ ਔਰ ਇਸ ਤਰ੍ਹਾਂ ਦਾ ਕਰੀਅਰ ਤੁਹਾਡੇ ਲਈ ਠੀਕ ਹੈ। ਫਿਰ ਉਹਦੇ ਬਾਰੇ ਸੋਚੋ ਔਰ ਆਨਲਾਈਨ ਜਾ ਕੇ ਗੂਗਲ ਤੇ ਹੋਰ ਵੀ ਸਰਚ ਕਰੋ ਫ੍ਰੀ ਪਰਸਨੈਲਿਟੀ ਕੁਇਜ਼, ਕਰੀਅਰ ਕੁਇਜ਼, ਔਰ ਇੱਦਾਂ ਦੇ ਬਹੁਤ ਸਾਰੇ ਕੁਇਜ਼ ਹੈਗੇ ਆ ਆਨਲਾਈਨ। 2-4 ਕੁਇਜ਼ ਇੱਦਾਂ ਦੇ ਕਰੋ ਤਾਂ ਕਿ ਤੁਹਾਨੂੰ ਆਈਡੀਆ ਹੋਏ ਕਿ ਤੁਹਾਡੀ ਪਰਸਨੈਲਿਟੀ ਕਿਸ ਟਾਈਪ ਦੀ ਹੈ ਔਰ ਕਿਸ ਟਾਈਪ ਦਾ ਕਰੀਅਰ ਤੁਹਾਡੇ ਲਈ ਠੀਕ ਹੈ। ਸੋ ਮੋਟੇ ਤੌਰ ਤੇ ਜਿਹੜੇ ਮੋਟ ਵਾਲੇ ਲੈਸਨਸ ਤੁਹਾਡੇ ਕਰੀਅਰ ਲਈ ਹੈਗੇ ਆ, ਅਸੀਂ ਸੋਚਦੇ ਹਾਂ ਕਿ 3 ਵੱਡੇ ਲੈਸਨਸ ਹੈਗੇ ਨੇ। ਉਹ ਪਹਿਲੀ ਗੱਲ ਹੈ ਕਿ ਠੀਕ ਹੈ, ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਇਹ ਵਾਲਾ ਕੋਰਸ ਹੁਣ ਕੀਤਾ ਹੈਗਾ ਹੈ ਜਿਹਦੇ ਵਿੱਚ ਤੁਹਾਨੂੰ MS ਆਫਿਸ, ਗੂਗਲ ਸ਼ੀਟਸ, ਗੂਗਲ ਡਾਕਸ, ਈਮੇਲ, ਗੂਗਲ ਡਰਾਈਵ, ਰੈਜ਼ਿਊਮੇ, ਕਵਰ ਲੈਟਰ, ਇਹ ਸਾਰਾ ਕੁਝ ਤੁਸੀਂ ਸਿੱਖਿਆ ਹੈ। ਜੇ ਤੁਸੀਂ ਇਹ ਸੋਚਦੇ ਹੋ ਕਿ ਇਹ 4 ਮਹੀਨੇ ਦੇ ਕੋਰਸ ਦੇ ਨਾਲ
ਤੁਸੀਂ ਕਮਾਲ ਕਰਤੀ ਔਰ ਤੁਹਾਡਾ ਮੋਟ ਬਣ ਗਿਆ ਹੈ ਕਿ ਔਰ ਤੁਹਾਡੇ ਵਿੱਚ ਔਰ ਦੂਜਿਆਂ ਦੇ ਵਿੱਚ ਬਹੁਤ ਇੰਨਾ ਵੱਡਾ ਗੈਪ ਆ ਗਿਆ ਕਿ ਬਈ ਤੁਸੀਂ ਜ਼ਿਆਦਾ ਸੈਲਰੀ ਕਮਾਂਡ ਕਰ ਸਕਦੇ ਹੋ ਉਹਨਾਂ ਤੋਂ। ਇਹ ਸੋਚਣਾ ਸ਼ਾਇਦ ਗਲਤ ਹੋਏਗਾ, ਕਿਉਂਕਿ ਹੋ ਸਕਦਾ ਹੈ ਕਿ ਹਾਂਜੀ ਕੰਪੇਅਰਡ ਟੂ ਅਦਰ ਸਟੂਡੈਂਟਸ ਜਿਨ੍ਹਾਂ ਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ, ਉਹਨਾਂ ਦੇ ਤੁਸੀਂ ਖਿਲਾਫ ਤੇ ਸਕਿਲਡ ਹੈਗੇ ਹੋ, ਲੇਕਿਨ ਹਿੰਦੁਸਤਾਨ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਬੱਚੇ ਹੈਗੇ ਆ ਜਿਨ੍ਹਾਂ ਦੇ ਕੋਲ ਉਹ ਸਕਿੱਲ ਹੈਗੀ ਹੈ ਜੋ ਤੁਸੀਂ ਇਸ ਕੋਰਸ ਵਿੱਚ ਸਿੱਖੀ ਹੈ। ਸੋ ਇਹ ਜਿਹੜਾ ਤੁਸੀਂ ਸਿਰਫ ਇਹ ਵਾਲਾ ਕੋਰਸ ਕੀਤਾ ਹੈ ਉਹ ਪਹਿਲਾ ਕਦਮ ਹੈਗਾ। ਦੂਜੀ ਚੀਜ਼ ਹੈ ਕਿ ਅੱਜ ਕੱਲ ਉਹ ਜ਼ਮਾਨਾ ਖਤਮ ਹੋ ਗਿਆ ਕਿ ਤੁਸੀਂ ਸੋਚਦੇ ਸੀਗੇ ਕਿ ਬਈ ਮੈਂ ਇੱਕ ਵਾਰੀ ਪੜ੍ਹਾਈ ਕਰ ਲਈ, ਡਿਗਰੀ ਆ ਗਈ ਹੱਥ ਵਿੱਚ, ਖਲਾਸ ਪੜ੍ਹਾਈ ਹੁਣ ਖਤਮ ਹੈ। that is no longer true। ਅੱਜ ਦੀ ਲਾਈਫ ਵਿੱਚ ਈਵਨ 50 ਸਾਲ ਵਾਲੇ ਬੰਦੇ ਆ ਜੌਬਸ ਤੇ, ਉਹਨਾਂ ਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ। ਉਹ ਜਿਹੜੇ ਲੋਕੀ ਕੁਝ ਨਹੀਂ ਸਿੱਖਣਾ ਚਾਹੁੰਦੇ ਜਾਂ ਨਹੀਂ ਜਿਨ੍ਹਾਂ ਨੇ ਸਿੱਖਿਆ, ਜੇ ਤੁਸੀਂ ਆਪਣੀ ਸੁਸਾਇਟੀ ਵਿੱਚ ਨਜ਼ਰ ਪਾਓ ਤੇ ਉਹ ਲੋਕੀ ਤੁਹਾਨੂੰ ਨਜ਼ਰ ਆਉਣਗੇ। ਜਿਹੜੇ ਅਡਲਟਸ ਜਿਨ੍ਹਾਂ ਕੋਲ ਛੋਟੀਆਂ ਮੋਟੀਆਂ ਜੌਬਸ ਹੈਗੀਆਂ, ਜਿਹੜੇ ਸ਼ਾਇਦ ਕਿਸੇ ਆਫਿਸ ਵਿੱਚ ਐਜ਼ ਅ ਕਲਰਕ, ਐਜ਼ ਅ ਸਟੈਨੋ, ਐਜ਼ ਅ ਪੀਏ ਕੰਮ ਕਰ ਰਹੇ ਨੇ, ਉਹ ਬੇਸਿਕਲੀ ਉਹੀ ਲੋਕ ਹੈ ਜਿਹੜੇ ਕਿ ਚੰਗੇ ਟਾਈਮ ਅੰਦਰ ਚਲੇ ਗਏ, ਉਹਨਾਂ ਨੂੰ ਜੌਬ ਮਿਲ ਗਈ, ਲੇਕਿਨ ਜੇ ਅੱਜ ਕੁਝ ਹੋ ਜਾਏ ਔਰ ਉਹ ਨੌਕਰੀ ਤੋਂ ਉਹਨਾਂ ਨੂੰ ਕੱਢਿਆ ਜਾਏ ਤੇ ਉਹਨਾਂ ਵਿੱਚ ਉਹ ਕਾਬਲੀਅਤ ਹੈ ਨਹੀਂ ਕਿ ਉਹ ਆਪਣੇ ਪਰਿਵਾਰ ਦਾ ਖਰਚਾ ਚਲਾ ਸਕਣ। ਔਰ ਅੱਗੇ ਜਾ ਕੇ ਉਹੋ ਜਿਹੀ ਨੌਕਰੀਆਂ ਬਿਲਕੁਲ ਜ਼ੀਰੋ ਹੋ ਰਹੀਆਂ ਔਰ ਕਾਫੀ ਜਗ੍ਹਾ ਤੇ ਹੋ ਚੁੱਕੀਆਂ ਨੇ। ਔਰ ਲਾਸਟ ਪੁਆਇੰਟ ਹੈਗਾ ਹੈ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਬਈ ਸਿਰਫ ਸਮਾਰਟਫੋਨ ਤੇ ਤੁਸੀਂ ਸਾਰਾ ਕੁਝ ਸਿੱਖ ਸਕਦੇ ਹੋ, ਉਹ ਵੀ ਗਲਤੀ ਹੈ। ਜੇ ਕੋਈ ਡਿਜੀਟਲ ਸਕਿੱਲ ਪ੍ਰੋਪਰਲੀ ਸਿੱਖਣੀ ਹੈ ਤੇ ਕੰਪਿਊਟਰ ਹੋਣਾ, ਜਾਂ ਕੰਪਿਊਟਰ ਤੇ ਤੁਸੀਂ ਕੰਮ ਕਰਨ ਲਈ ਕਿਤੇ ਤੁਹਾਨੂੰ 2-4 ਘੰਟੇ ਰੋਜ਼ ਮਿਲ ਜਾਣ, ਉਹ ਬਹੁਤ 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 ਜ਼ਰੂਰੀ ਹੈ। ਸੋ ਇਹ 3 ਚੀਜ਼ਾਂ ਯਾਦ ਰੱਖਣਾ ਕਿ ਬਈ ਜਿਹੜੀ ਸਕਿੱਲ ਅਸੀਂ ਤੁਹਾਨੂੰ ਸਿਖਾਉਣਾ ਚਾਹੁੰਦੇ ਹਾਂ ਉਹਨਾਂ ਲਈ ਕੰਪਿਊਟਰ ਜਾਂ ਲੈਪਟਾਪ ਬਹੁਤ ਜ਼ਰੂਰੀ ਹੈ। ਸਿਰਫ ਸਮਾਰਟਫੋਨ ਨਾਲ ਗੱਲ ਨਹੀਂ ਚੱਲਦੀ। ਓਕੇ, ਹੁਣ ਜੇ ਤੁਸੀਂ ਸੋਚੋ ਕਿ ਚਲੋ ਸੋਚਿਆ ਕਿ ਤੁਸੀਂ ਗ੍ਰਾਫਿਕ ਡਿਜ਼ਾਈਨਰ ਬਣਨਾ ਚਾਹੁੰਦੇ ਹੋ, ਤੇ ਜਿਹੜੀਆਂ ਅਸੀਂ ਇਹ ਮੋਟ ਵਾਲੀਆਂ ਗੱਲਾਂ ਕੀਤੀਆਂ ਹੈ, ਇਹ ਕਿੱਦਾਂ ਅਪਲਾਈ ਹੋਣਗੀਆਂ। ਸੋ ਪਹਿਲੀ ਗੱਲ ਹੈ ਕਿ ਜੇ ਤੁਸੀਂ ਉਹ ਡਰਾਇੰਗ ਵਾਲਾ ਜਿਹੜਾ ਮੈਂ ਲਿੰਕ ਤੁਹਾਨੂੰ ਸਾਰਿਆਂ ਨੂੰ ਭੇਜਿਆ ਸੀਗਾ, ਉਹ YouTube ਵਾਲਾ, ਉਹਨੂੰ ਦੁਬਾਰਾ ਉੱਥੇ ਜਾ ਕੇ ਪ੍ਰੈਕਟਿਸ ਕਰੋ ਔਰ ਅਲੱਗ-ਅਲੱਗ ਚੀਜ਼ਾਂ ਡਰਾ ਕਰੋ। 1-2 ਡਰਾਇੰਗਸ ਦੇ ਨਾਲ, 4 ਡਰਾਇੰਗਸ ਦੇ ਨਾਲ ਕੁਝ ਨਹੀਂ ਹੁੰਦਾ। ਲੱਗੇ ਰਹੋ ਜਦ ਤੱਕ ਤੁਸੀਂ 20, 25, 30, 50 ਅਲੱਗ-ਅਲੱਗ ਡਰਾਇੰਗਸ ਨਹੀਂ ਬਣਾਈਆਂ। ਜਿਹੜਾ ਮਕਸਦ ਹੈਗਾ ਨਾ ਉਹ ਪਲੇਲਿਸਟ ਦਾ, ਉਹ ਹੈਗਾ ਕਿ ਤੁਹਾਨੂੰ ਟੈਕਨੀਕ ਆ ਜਾਏ ਕਿ ਕੈਰੈਕਟਰ ਦਾ ਫੇਸ, ਪੱਤੇ, ਫੁੱਲ, ਚੀਜ਼ਾਂ, ਜਾਨਵਰ, ਦਰਖਤ, ਇਹ ਸਾਰੀਆਂ ਚੀਜ਼ਾਂ ਕਿੱਦਾਂ ਡਰਾ ਕਰਨੀਆਂ। ਸੋ ਅਲੱਗ-ਅਲੱਗ ਚੀਜ਼ਾਂ ਡਰਾ ਕਰੋ, ਸਿੱਖੋ। ਔਰ ਇਹ ਜਿਹੜੀ ਪਲੇਲਿਸਟ ਭੇਜੀ ਹੈ, ਇਹ ਤੇ ਸਿਰਫ ਇੱਕ ਸ਼ੁਰੂਆਤ ਹੈ। ਆਪਣੇ ਆਪ ਹੋਰ ਪਲੇਲਿਸਟਸ ਢੂੰਡੋ ਔਰ ਡਰਾਇੰਗ ਦਿਨ ਰਾਤ ਕਰੋ। ਔਰ ਆਬਵੀਅਸਲੀ ਇਹ ਡਰਾਇੰਗ ਹੈ ਜਿਹੜੀ ਇੱਕ ਇਹੋ ਜਿਹੀ ਬੇਸਿਕ ਸਕਿੱਲ ਹੈਗੀ ਹੈ ਜਿਹੜੀ ਕਿ ਅੱਗੇ ਜਾ ਕੇ ਤੁਹਾਨੂੰ ਗ੍ਰਾਫਿਕ ਡਿਜ਼ਾਈਨ ਦੇ ਵਿੱਚ ਹੈਲਪ ਕਰੇਗੀ। ਐਂਡ ਆਬਵੀਅਸਲੀ ਇਹਦੇ ਲਈ ਕੰਪਿਊਟਰ ਦੀ ਤੇ ਲੋੜ ਹੈ ਨਹੀਂ। ਸੋ ਜਿਹੜਾ ਸਵਿਚਿੰਗ ਦੀ ਗੱਲ ਹੈਗੀ ਹੈ, ਉਹ ਪ੍ਰਿੰਸੀਪਲ ਇੱਥੇ ਇੱਦਾਂ ਲਾਗੂ ਹੁੰਦਾ ਹੈ ਕਿ ਬਈ ਤੁਸੀਂ ਕਹਿ ਸਕਦੇ ਹੋ ਕਿ ਬਈ ਤੁਸੀਂ ਸ਼ਾਇਦ BA ਕੀਤੀ, BCom ਕੀਤੀ, ਕੋਈ ਫਰਕ ਨਹੀਂ ਪੈਂਦਾ, ਡਰਾਇੰਗ ਤੇ ਕੋਈ ਵੀ ਸਿੱਖ ਸਕਦਾ। ਸੋ ਸਵਿਚਿੰਗ ਕਾਸਟ ਇਹਦੇ ਵਿੱਚ ਕਾਫੀ ਹੱਦ ਤੱਕ ਜ਼ੀਰੋ ਤੁਸੀਂ ਸਮਝ ਸਕਦੇ ਹੋ। ਓਕੇ, ਸੋ ਕਾਸਟ ਐਡਵਾਂਟੇਜ। ਹੁਣ ਕਾਸਟ ਐਡਵਾਂਟੇਜ ਵਿੱਚ ਅਸੀਂ ਆਪਣੀ ਤਰਫੋਂ ਤੁਹਾਨੂੰ ਫ੍ਰੀ ਦੀ ਸਕਾਲਰਸ਼ਿਪ ਦੇ ਕੇ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਹੈ ਕਿ ਕੰਪਿਊਟਰ ਕਿੱਦਾਂ ਯੂਜ਼ ਕਰ ਸਕਦੇ ਹੋ। ਜੇ ਤੇ ਤੁਹਾਡੇ ਕੋਲ ਕੰਪਿਊਟਰ ਹੈਗਾ ਘਰ, ਫਿਰ ਤੇ ਤੁਹਾਨੂੰ ਖੁਦ ਤੁਸੀਂ YouTube ਤੇ ਜਾਓ, ਹਾਊ ਟੂ ਯੂਜ਼ ਐਕਸੈਲ, ਹਾਊ ਟੂ ਯੂਜ਼ ਵਰਡ, ਹਾਊ ਟੂ ਯੂਜ਼ ਗੂਗਲ ਡਾਕਸ, ਹਾਊ ਟੂ ਡਰਾ, ਇਹ ਸਾਰੀਆਂ ਚੀਜ਼ਾਂ ਤੁਹਾਡੇ ਖੁਦ ਦੇ ਵਿੱਚ ਇੱਕ ਸਕਸੈਸ ਦੇ ਲਈ, ਸਿੱਖਣ ਦੇ ਲਈ ਇੱਕ ਲਗਨ ਹੋਣੀ ਚਾਹੀਦੀ ਹੈ। ਔਰ ਜੇ ਤੁਹਾਡੇ ਕੋਲ ਸਿਰਫ ਫੋਨ ਹੈ ਤੇ ਫੋਨ ਹੀ ਯੂਜ਼ ਕਰ ਲਓ ਔਰ ਸਿੱਖੋ ਔਰ ਯੂਜ਼ਫੁਲ ਕੰਟੈਂਟ ਦੇਖਿਆ ਕਰੋ। ਔਰ ਕੋਸ਼ਿਸ਼ ਕਰੋ ਕਿਤੇ ਨਾ ਕਿਤੇ ਕੋਈ ਦੋਸਤ ਹੋਏ, ਕੋਈ ਸਕੂਲ ਹੋਏ ਜਿੱਥੇ ਤੁਹਾਨੂੰ ਮੇਬੀ ਆਫਟਰ ਸਕੂਲ ਥੋੜੀ ਦੇਰ ਲਈ ਕੰਪਿਊਟਰ ਯੂਜ਼ ਕਰ ਸਕਦੇ ਹੋ, ਉਹ ਜ਼ਰੂਰ ਕਰੋ। ਇਹ ਵਾਲਾ ਪੁਆਇੰਟ ਤੇ ਅਸੀਂ ਆਲਰੇਡੀ ਗੱਲ ਕੀਤੀ ਸੀਗੀ ਕਿ ਆਪਣੇ ਜਿਹੜੇ ਲੋਕਲ ਏਰੀਆ ਦੇ ਵਿੱਚ ਕੁਝ ਲੋਕ ਹੋਣਗੇ ਜਿਹੜੇ ਵੈਬਸਾਈਟ ਬਣਾਉਂਦੇ, ਬੈਨਰਸ ਬਣਾਉਂਦੇ, ਸੋਸ਼ਲ ਮੀਡੀਆ ਮਾਰਕੀਟਿੰਗ ਕਰਦੇ, ਪ੍ਰੋਗਰਾਮਿੰਗ ਕਰਦੇ ਆ,
ਉਹਨਾਂ ਨਾਲ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਕਿ ਕਿੱਦਾਂ ਉੱਥੇ ਜਾ ਕੇ ਤੁਸੀਂ ਇੰਟਰਨਸ਼ਿਪ ਕਰ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਵੀ ਓਕੇ ਮੈਨੂੰ ਨਹੀਂ ਆਉਂਦਾ ਲੇਕਿਨ ਮੈਂ ਸਿੱਖਣ ਨੂੰ ਤਿਆਰ ਹਾਂ, ਮੈਂ ਥੋੜੇ ਪੈਸੇ ਵੀ ਦੇਣ ਨੂੰ ਤਿਆਰ ਹਾਂ, ਅੱਧਾ ਦਿਨ ਮੈਂ ਤੁਹਾਡਾ ਕੰਮ ਕਰ ਲਾਂਗੀ, ਅੱਧਾ ਦਿਨ ਮੈਂ ਤੁਹਾਡੇ ਕੰਪਿਊਟਰ ਯੂਜ਼ ਕਰਕੇ ਕੁਝ ਸਿੱਖ ਲਾਂਗੀ। ਕੁਝ ਇੱਦਾਂ ਦਾ ਅਰੇਂਜਮੈਂਟ ਦੇ ਲਈ ਲੋਕਾਂ ਨਾਲ ਗੱਲ ਕਰੋ। ਐਂਡ ਇਨਟੈਂਜੀਬਲ ਐਸੈਟ ਦੇ ਵਿੱਚ ਸਭ ਤੋਂ ਵੱਡੀ ਚੀਜ਼, ਜੇ ਤੁਸੀਂ ਗ੍ਰਾਫਿਕ ਡਿਜ਼ਾਈਨਰ ਬਣਨਾ ਹੈ ਜਾਂ ਪ੍ਰੋਗਰਾਮਰ ਬਣਨਾ ਹੈ, ਐਂਡ ਕੋਈ ਵੀ ਕਰੀਅਰ ਐਕਚੁਅਲੀ ਅੱਜ ਇੰਡੀਆ ਦੇ ਵਿੱਚ ਚਾਹੀਦਾ, ਯੂ ਹੈਵ ਟੂ ਲਰਨ ਐਂਡ ਇੰਪਰੂਵ ਇੰਗਲਿਸ਼। ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਇਹ ਇੱਕ ਇਹੋ ਜਿਹੀ ਇਨਟੈਂਜੀਬਲ ਚੀਜ਼ ਹੈ ਕਿ ਜਦੋਂ ਲੋਕੀ ਹਾਇਰ ਕਰਦੇ ਔਰ ਐਡਵਰਟਾਈਜ਼ਮੈਂਟ ਕੱਢਦੇ ਆ ਨਾ ਕਿ ਵੀ ਫਲਾਨੀ ਪ੍ਰਾਈਵੇਟ ਸੈਕਟਰ ਕੰਪਨੀ ਦੇ ਵਿੱਚ ਇਸ ਬੈਂਕ ਵਿੱਚ ਸਾਨੂੰ ਫਲਾਨੇ ਬੰਦੇ ਦੀ ਲੋੜ ਹੈ ਜਾਂ ਇਸ ਕੰਪਨੀ ਦੇ ਵਿੱਚ ਲੋੜ ਹੈ, ਤੁਸੀਂ ਦੇਖਿਆ ਹੋਣਾ ਕਿ ਉਹ ਜਿਹੜਾ ਐਡਵਰਟਾਈਜ਼ਮੈਂਟ ਹੀ ਚੰਗੀ ਕੰਪਨੀ ਦਾ ਹੁੰਦਾ ਉਹ ਖੁਦ ਸਿਰਫ ਇੰਗਲਿਸ਼ ਵਿੱਚ ਹੁੰਦਾ ਔਰ ਉਹ ਇਹ ਮੰਨ ਕੇ ਚੱਲਦੇ ਕਿ ਬਈ ਜਿਹੜਾ ਲੋਕਲ ਲੈਂਗੁਏਜ ਬੋਲੇਗਾ, ਸਾਰੀ ਲੋਕਲ ਲੈਂਗੁਏਜਸ ਇੰਪੋਰਟੈਂਟ ਹੈਗੀਆਂ ਲੇਕਿਨ ਸਿਰਫ ਲੋਕਲ ਲੈਂਗੁਏਜ ਨਾਲ ਨਹੀਂ ਕੰਮ ਚੱਲਣਾ। ਇੰਗਲਿਸ਼ ਦੇ ਵਿੱਚ ਵਧੀਆ ਇੰਗਲਿਸ਼ ਬੋਲਣਾ ਬਹੁਤ ਇੰਪੋਰਟੈਂਟ ਹੈ। ਐਂਡ ਉਹ ਵੀ ਤੁਸੀਂ YouTube ਤੇ ਤੁਸੀਂ ਗੂਗਲ YouTube ਸਰਚ ਕਰ ਸਕਦੇ ਹੋ ਬਈ ਹਾਊ ਟੂ ਸਪੀਕ ਇੰਗਲਿਸ਼, ਹਾਊ ਟੂ ਰਾਈਟ ਇੰਗਲਿਸ਼, ਹਾਊ ਟੂ ਲਿਸਨ ਟੂ ਇੰਗਲਿਸ਼, ਬਹੁਤ ਕੋਰਸਿਸ ਨੇ। ਔਰ ਜਿਹੜੀ ਸਾਡੀ ਐਪ ਹੈਗੀ ਹੈ ਕਰੀਅਰ ਇੰਜਨ, ਉਹਦੇ ਵਿੱਚ ਅਸੀਂ ਕਾਫੀ ਸਾਰੇ ਇੰਗਲਿਸ਼ ਵਰਡਸ ਪਾਏ ਹੋਏ ਹੈ ਜਿਹੜੇ ਕਿ ਦੱਸਣਗੇ ਤੁਹਾਨੂੰ ਕਿ ਮੀਨਿੰਗ ਕੀ ਹੈ ਇਸ ਵਰਡ ਦਾ, ਉਹਦੀ ਪ੍ਰੋਨਾਊਂਸੀਏਸ਼ਨ ਕੀ ਹੈ। ਤੁਸੀਂ ਇੱਕ ਬਟਨ ਹੋਏਗਾ ਉਹਨੂੰ ਜੇ ਕਲਿੱਕ ਕਰੋਗੇ ਤੇ ਉਹ ਵਰਡ ਜਿੱਦਾਂ ਬੋਲਿਆ ਜਾਂਦਾ ਹੈ ਉਹ ਤੁਸੀਂ ਸੁਣ ਵੀ ਸਕਦੇ ਹੋ। ਸੋ ਤੁਹਾਨੂੰ ਹੀਅਰਿੰਗ, ਰੀਡਿੰਗ, ਕੰਪਰੀਹੈਂਸ਼ਨ ਹਰ ਚੀਜ਼ ਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਐਂਡ ਜਿਹੜੀ ਲਾਸਟ ਚੀਜ਼ ਹੈ ਸਕੇਲ, ਕਿ ਬਈ 24 ਦੇ ਵਿੱਚੋਂ ਕਿੰਨੇ ਘੰਟੇ ਤੁਸੀਂ ਆਪਣੀ ਸਕਿੱਲ ਨੂੰ ਪ੍ਰੈਕਟਿਸ ਕਰਦੇ ਹੋ। Obviously the more you practice, the better you practice, the smarter you practice, the better you will get. ਜਿੰਨਾ ਜ਼ਿਆਦਾ ਪ੍ਰੈਕਟਿਸ ਕਰੋਗੇ, ਜਿੰਨੀ ਸਮਾਰਟਲੀ ਪ੍ਰੈਕਟਿਸ ਕਰੋਗੇ, ਉਨੀ ਜਲਦੀ ਜਿਹੜਾ ਮੋਟ ਹੈਗਾ ਤੁਹਾਡਾ ਇਫੈਕਟਿਵ ਹੋਏਗਾ ਤੁਹਾਡੇ ਵਿੱਚ ਔਰ ਜਿਹੜੀ ਦੂਜੇ ਤੁਹਾਡੇ ਕੰਪੀਟੀਟਰਸ ਹੈ ਯਾਨੀ ਕਿ ਦੂਜੇ ਬੱਚੇ ਹੈ ਜਿਹੜੇ ਕਿ ਸੇਮ ਜੌਬ ਜਾਂ ਓਪਰਚੁਨਿਟੀ ਲਈ ਅਪਲਾਈ ਕਰ ਰਹੇ ਉਹਨਾਂ ਦੇ ਵਿੱਚ। ਹੁਣ ਇਹ ਸਾਰਾ ਐਗਜ਼ਾਮਪਲ ਅਸੀਂ ਗ੍ਰਾਫਿਕ ਡਿਜ਼ਾਈਨਰ ਦੇ ਐਂਗਲ ਨਾਲ ਦੇਖਿਆ ਸੀਗਾ ਔਰ ਇਹ ਵੀ ਅਸੀਂ ਪੁਆਇੰਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲਰਨਿੰਗ ਜਿਹੜੀ ਹੈਗੀ ਹੈ ਅੱਜ ਕੱਲ੍ਹ ਲਾਈਫ ਲੌਂਗ ਲਰਨਿੰਗ ਹੈ। ਤੁਸੀਂ ਗ੍ਰਾਫਿਕ ਡਿਜ਼ਾਈਨਰ ਬਣ ਕੇ ਰੁਕ ਨਹੀਂ ਸਕਦੇ ਕਿਉਂਕਿ ਜਿਹੜੇ ਹਜ਼ਾਰਾਂ ਲੱਖਾਂ ਬੱਚੇ ਆ ਰਹੇ ਆ ਉਹਨਾਂ ਨੇ ਵੀ ਆਪਣਾ ਕਰੀਅਰ ਐਜ਼ ਅ ਗ੍ਰਾਫਿਕ ਡਿਜ਼ਾਈਨਰ ਹੀ ਸ਼ੁਰੂ ਕਰਨਾ ਹੈ। ਗ੍ਰਾਫਿਕ ਡਿਜ਼ਾਈਨਰ ਤੋਂ ਬਾਅਦ ਆਉਂਦਾ ਹੈ ਵੈਬ ਡਿਜ਼ਾਈਨਰ। ਸੋ ਗ੍ਰਾਫਿਕ ਡਿਜ਼ਾਈਨਰ ਹੋਇਆ ਕਿ ਬਈ ਜਿਹੜੇ ਇੱਕ ਪੇਜ ਦੇ ਉੱਤੇ ਜਿਹੜਾ ਬੰਦਾ ਛੋਟੇ ਛੋਟੇ ਆਈਕਨ, ਫੋਟੋ, ਬੈਨਰ, ਕਲਰ, ਸ਼ੇਡ, ਫੌਂਟ ਇਹੋ ਜਿਹੀਆਂ ਚੀਜ਼ਾਂ ਡਿਸਾਈਡ ਕਰਦਾ, ਲੇਕਿਨ ਉਹ ਪੂਰਾ ਦਾ ਪੂਰਾ ਪੇਜ ਜਦੋਂ ਇਕੱਠਾ ਆਉਂਦਾ ਹੈ ਇੱਕ ਵੈਬਸਾਈਟ ਤੇ ਹੋ ਸਕਦਾ 4000 ਪੇਜ ਹੈ ਤੇ ਇਹ ਵਾਲੇ ਸਾਰੇ ਛੋਟੇ ਛੋਟੇ ਐਲੀਮੈਂਟਸ ਵੈਬ ਡਿਜ਼ਾਈਨਰ ਕੋਲ ਜਾਂਦੇ ਕਿ ਔਰ ਵੈਬ ਡਿਜ਼ਾਈਨਰ ਇੱਕ ਵੈਬ ਪੇਜ ਦੇ ਉੱਤੇ ਕਹਿੰਦਾ ਕਿ ਹਾਂ ਬਈ ਇਹ ਚੀਜ਼ ਲੈਫਟ ਤੇ ਹੋਣੀ ਚਾਹੀਦੀ ਹੈ, ਇਹ ਰਾਈਟ ਤੇ ਹੋਣੀ ਚਾਹੀਦੀ ਹੈ, ਇਹ ਕਲਰ ਇਹਦੇ ਨਾਲ ਮੈਚ ਨਹੀਂ ਕਰਦਾ। ਸੋ ਉਹ ਪੂਰੀ ਵੈਬਸਾਈਟ ਦਾ ਡਿਜ਼ਾਈਨ ਕਰਦਾ ਔਰ ਵੈਬਸਾਈਟ ਤੋਂ ਉੱਤੇ ਹੁੰਦਾ ਹੈ UI UX ਡਿਜ਼ਾਈਨਰ, ਜਿਹਦਾ ਮਤਲਬ ਹੈ ਯੂਜ਼ਰ ਇੰਟਰਫੇਸ, ਯੂਜ਼ਰ ਐਕਸਪੀਰੀਅੰਸ। ਸੋ ਯੂਜ਼ਰ ਐਕਸਪੀਰੀਅੰਸ ਕਹੇਗਾ ਯਾਰ ਇਹ ਵਾਲੀ ਜਿਹੜੀ ਵੈਬਸਾਈਟ ਹੈ ਨਾ ਇਹਦੇ ਵਿੱਚ ਜ਼ਿਆਦਾ ਜਿਹੜੇ ਲੋਕ ਆਉਂਦੇ ਆ ਉਹ 50 ਸਾਲ ਤੋਂ ਉੱਤੇ ਹੈ, ਫੌਂਟ ਵੱਡਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੀਆਂ 50 ਸਾਲ ਦੇ ਉੱਤੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਉਹਨਾਂ ਦੀਆਂ ਅੱਖਾਂ ਕਮਜ਼ੋਰ ਹੁੰਦੀਆਂ। ਜਾਂ ਉਹ ਕਹੇਗਾ ਕਿ ਬਈ ਮੈਂ ਟੈਸਟ ਚਲਾਇਆ ਸੀਗਾ ਇੱਕ ਪੇਜ ਦੇ ਉੱਤੇ ਤੇ ਇਹ ਵਾਲਾ ਬਟਨ ਲੈਫਟ ਤੇ ਹੋਣਾ ਚਾਹੀਦਾ, ਰਾਈਟ ਤੇ ਨਹੀਂ ਹੋਣਾ ਚਾਹੀਦਾ, based on some Google Analytics traffic and test and experiments. UI UX ਡਿਜ਼ਾਈਨਰ ਤੋਂ ਉੱਤੇ ਹੁੰਦਾ ਹੈ ਪ੍ਰੋਡਕਟ ਓਨਰ ਕਿ ਬਈ ਇਹ ਜਿਹੜਾ ਪ੍ਰੋਡਕਟ ਹੈਗਾ ਇਹਦੇ ਵਿੱਚ ਫੋਰ ਐਗਜ਼ਾਮਪਲ ਕੋਈ ਆਨਲਾਈਨ ਪ੍ਰੋਡਕਟ ਹੈਗਾ ਫੋਨ ਰੀਚਾਰਜਿੰਗ ਦਾ ਤੇ ਪ੍ਰੋਡਕਟ ਓਨਰ ਕਹੇਗਾ ਕਿ ਬਈ ਅਸੀਂ ਜਿਹੜਾ ਦਿਖਾਉਂਦੇ ਆ ਆਪਸ਼ਨਸ, ਜੀਓ ਨੂੰ ਆਪਸ਼ਨ ਥੱਲੇ ਕਰ ਦਿਓ, ਦੂਜੇ ਦੀ ਆਪਸ਼ਨ ਉੱਤੇ ਕਰ ਦਿਓ ਕਿਉਂਕਿ ਉਹ ਕੰਪਨੀ ਸਾਨੂੰ ਜ਼ਿਆਦਾ ਕਮਿਸ਼ਨ ਦੇ ਰਹੀ ਹੈ। ਇੱਦਾਂ ਦੀਆਂ ਚੀਜ਼ਾਂ ਡਿਸਾਈਡ ਕਰੇਗਾ ਜਾਂ ਪ੍ਰੋਡਕਟ ਓਨਰ ਡਿਸਾਈਡ ਕਰੇਗਾ। ਇਹੋ ਜਿਹੀ ਚੀਜ਼ ਵੈਸੇ UI UX ਵਾਲਾ ਵੀ ਡਿਸਾਈਡ ਕਰ ਸਕਦਾ ਹੈ। ਪ੍ਰੋਡਕਟ ਓਨਰ ਕਹੇਗਾ ਕਿ ਜਿਹੜਾ ਰੀਚਾਰਜ ਵਾਲੀ ਆਪਸ਼ਨ ਹੈ ਕਸਟਮਰ ਨੂੰ ਦਿਖਾਓ, ਜੇ ਉਹਨੇ ਆਨਲਾਈਨ ਕਰਨੀ ਹੈ ਤਾਂ ਆਨਲਾਈਨ ਵੀ ਕਰ ਲਏ, ਜੇ ਉਹਨੇ ਕਿਸੇ ਸਟੋਰ ਜਾਣਾ ਹੈ ਤੇ ਉਹਨੂੰ ਆਪਸ਼ਨ ਦਿਖਾਓ ਕਿ ਬਈ ਤੁਹਾਡਾ ਪੋਸਟਲ ਕੋਡ ਕੀ ਹੈ ਜਾਂ ਸ਼ੋ ਲੋਕੇਸ਼ਨ ਕਲੋਜ਼ ਟੂ ਮੀ ਵਾਲਾ ਬਟਨ ਹੋਣਾ ਚਾਹੀਦਾ ਹੈ ਤਾਂ ਕਿ ਲੋਕ ਜਿਹੜਾ ਜਿਹਨੇ ਰੀਚਾਰਜ ਕਰਨਾ ਹੈ ਉਹ ਦੁਕਾਨ ਤੇ ਵੀ ਜਾ ਸਕੇ। ਇੱਦਾਂ ਦੇ ਜਿਹੜੇ ਵੱਡੇ ਡਿਸੀਜਨ ਨੇ ਪ੍ਰੋਡਕਟ ਦੇ ਬਾਰੇ ਇੱਕ ਪ੍ਰੋਡਕਟ ਓਨਰ ਲਏਗਾ। ਸੋ ਇਹ ਜਿਹੜਾ ਚਾਰਟ ਹੈ ਇਹਦਾ ਮਕਸਦ ਇਹੀ ਹੈ ਕਿ ਬਈ ਤੁਸੀਂ ਇੱਕ ਵਾਰੀ ਜੋ ਸਿੱਖ ਲਿਆ 4 ਮਹੀਨੇ 6 ਮਹੀਨੇ ਦੇ ਕੋਰਸ ਵਿੱਚ, ਜੇ ਤੁਸੀਂ ਇੱਥੇ ਰਹੋਗੇ ਨਾ
ਤੇ ਬਾਕੀ ਦੁਨੀਆ ਜਿਹੜੀ ਹੈਗੀ ਹੈ ਉਹ ਤੁਹਾਨੂੰ ਪਿੱਛੇ ਛੱਡ ਕੇ ਇੱਥੇ ਚਲੀ ਜਾਏਗੀ। ਐਂਡ ਓਬਵੀਅਸਲੀ ਹਰ ਸਟੈਪ ਵਿੱਚ ਜਾਣਾ ਇੰਪੋਰਟੈਂਟ ਹੈ, ਬਿਕੋਜ਼ ਜਿੱਦਾਂ ਜਿੱਦਾਂ ਕਰੀਅਰ ਦੇ ਵਿੱਚ ਤੁਹਾਡੇ ਜ਼ਿਆਦਾ ਟਾਈਮ ਨਿਕਲਦਾ ਹੈ, ਤੁਹਾਨੂੰ ਤਰੱਕੀ ਚਾਹੀਦੀ ਹੈ, ਜ਼ਿਆਦਾ ਪੈਸੇ ਚਾਹੀਦੇ ਹੈ, ਤਨਖਾਹ ਜ਼ਿਆਦਾ ਚਾਹੀਦੀ ਹੈ, ਸਿਰਫ ਇਹੀ ਤਰੀਕਾ ਹੈ, ਸਿੱਖੋ ਸਿੱਖੋ ਸਿੱਖੋ, ਲਰਨ ਐਂਡ ਕੀਪ ਗੋਇੰਗ ਅਪ। ਹੁਣ ਜਿਹੜੀ ਸੇਮ ਚੀਜ਼ ਹੈ, ਸੇਮ ਕਨਸੈਪਟ ਹੈ, ਅਸੀਂ ਇੱਕ ਪ੍ਰੋਗਰਾਮਰ ਦੇ ਐਂਗਲ ਤੋਂ ਦੇਖਦੇ ਹਾਂ। ਹੋ ਸਕਦਾ ਹੈ ਤੁਸੀਂ ਪ੍ਰੋਗਰਾਮਿੰਗ ਕਦੀ ਟਰਾਈ ਨਾ ਕੀਤੀ ਹੋਏ, ਇਸ ਕਰਕੇ ਤੁਸੀਂ ਕਹਿ ਨਹੀਂ ਸਕਦੇ ਕਿ ਬਈ ਪ੍ਰੋਗਰਾਮਰ ਤੁਸੀਂ ਬਣਨਾ ਚਾਹੁੰਦੇ ਹੋ ਕਿ ਨਹੀਂ ਬਣਨਾ ਚਾਹੁੰਦੇ। ਸੋ ਜੇ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਕਿ ਬਈ ਪ੍ਰੋਗਰਾਮਿੰਗ ਕਿੰਨੀ ਕੁ ਔਖੀ ਹੋ ਸਕਦੀ ਹੈ, ਮੈਂ ਕਰ ਸਕਦਾ ਜਾਂ ਕਰ ਸਕਦੀ ਹਾਂ ਜਾਂ ਨਹੀਂ ਕਰ ਸਕਦੀ, ਸੋ ਮੈਂ ਕਹਾਂਗਾ ਕਿ ਇਹ ਵਾਲੀ ਸਾਈਟ ਆਵਰ ਆਫ ਕੋਡ ਤੁਸੀਂ ਟਰਾਈ ਕਰੋ। ਇੱਕ ਇਹ ਹੈ ਥੋੜੀ ਬਹੁਤ ਬੇਸਿਕ ਬੱਚਿਆਂ ਦੀ ਸਾਈਟ ਹੈ, ਬਟ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਬਈ ਐਜ਼ ਅ ਪ੍ਰੋਗਰਾਮਰ ਤੁਹਾਨੂੰ ਮਤਲਬ ਕਿੱਦਾਂ ਲੌਜਿਕਲੀ ਤੁਹਾਨੂੰ ਕੰਪਿਊਟਰ ਨੂੰ ਦੱਸਣਾ ਪੈਂਦਾ ਹੈ ਇੱਕ ਇੱਕ ਚੀਜ਼, ਕਿ ਬਈ 3 ਸਟੈਪ ਅੱਗੇ ਜਾਓ, ਹੁਣ 2 ਸਟੈਪ ਰਾਈਟ ਤੇ ਜਾਓ, ਹੁਣ ਜੰਪ ਕਰੋ। ਇੱਕ ਗੇਮ ਦੇ ਵਿੱਚ ਕਿੱਦਾਂ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ। ਸੋ ਇਹ ਜ਼ਰੂਰ ਟਰਾਈ ਕਰੋ। ਜੇ ਤੁਹਾਨੂੰ ਲੱਗਿਆ ਕਿ ਹਾਂ ਇਹ ਥੋੜਾ ਠੀਕ ਹੈ, ਮੈਂ ਬਣ ਸਕਦੀ ਹਾਂ ਪ੍ਰੋਗਰਾਮਰ, ਸੋ ਇਹ ਵਾਲੀਆਂ ਐਪਸ ਹੈਗੀਆਂ ਪਲੇ ਸਟੋਰ ਤੇ। ਇੱਕ ਹੈਗੀ ਹੈ W3 ਸਕੂਲ, ਇੱਕ ਹੈਗੀ ਹੈ ਗ੍ਰਾਸਹੌਪਰ, ਔਰ ਖਾਨ ਅਕੈਡਮੀ ਵਿੱਚ ਵੀ ਕਾਫੀ ਸਾਰੇ ਕੋਰਸਿਸ ਹੈਗੇ ਜਿਹਦੇ ਵਿੱਚ ਤੁਸੀਂ ਬੇਸਿਕ ਪ੍ਰੋਗਰਾਮਿੰਗ ਸਿੱਖ ਸਕਦੇ ਹੋ, ਜਾਂ ਬੇਸਿਕ ਜਿਹੜੇ ਕਮਾਂਡ ਹੈਗੇ ਉਹ ਸਿੱਖ ਸਕਦੇ ਹੋ। ਸੋ ਇਹ ਸਾਰਾ ਕੁਝ ਟਰਾਈ ਕਰਨ ਦੇ ਬਾਅਦ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਬਈ ਇਹ ਤਾਂ ਸਾਰੀਆਂ ਬੇਸਿਕ ਚੀਜ਼ਾਂ ਹੈਗੀਆਂ, ਇਹ ਸਾਰੀਆਂ ਚੀਜ਼ਾਂ ਜਦੋਂ ਐਡਵਾਂਸਡ ਹੋ ਜਾਣਗੀਆਂ, ਇਹ ਮੈਂ ਕਰਨਾ ਚਾਹਾਂਗੀ ਜਾਂ ਨਹੀਂ ਕਰਨਾ ਚਾਹਾਂਗੀ। ਕਾਸਟ ਐਡਵਾਂਟੇਜ ਵਿੱਚ 2 ਚੀਜ਼ਾਂ ਆਉਂਦੀਆਂ। ਜੇ ਤੇ ਤੁਸੀਂ ਜੇ ਤੁਹਾਡੇ ਕੋਲ ਹੈਗਾ ਕੰਪਿਊਟਰ ਐਟ ਹੋਮ, ਵਾਂਸ ਅਗੇਨ ਜਸਟ ਲਾਈਕ ਗ੍ਰਾਫਿਕ ਡਿਜ਼ਾਈਨ, ਫਿਰ ਤੁਸੀਂ ਬਹੁਤ ਸਪੀਡ ਨਾਲ ਤਰੱਕੀ ਕਰ ਸਕਦੇ ਹੋ। ਜੇ ਤੁਸੀਂ ਬੀਟੈਕ ਕੀਤੀ ਹੈ ਜਾਂ ਕੋਈ ਇੰਜੀਨੀਅਰਿੰਗ ਡਿਗਰੀ ਕੀਤੀ ਹੈ, ਫਿਰ ਤੇ ਪ੍ਰੋਗਰਾਮਰ ਬਣਨਾ ਕਾਫੀ ਹੱਦ ਤੱਕ ਆਸਾਨ ਹੋ ਜਾਂਦਾ ਹੈ, ਕਿਉਂਕਿ ਤੁਸੀਂ ਕੁਝ ਕਨਸੈਪਟ ਪ੍ਰੋਗਰਾਮਿੰਗ ਦੇ ਆਲਰੇਡੀ ਸਿੱਖੇ ਹੁੰਦੇ ਨੇ। ਜੇ ਤੁਸੀਂ BA ਕੀਤੀ ਹੈ, BCom ਕੀਤੀ ਹੈ, ਔਰ ਲੇਕਿਨ ਤੁਹਾਨੂੰ ਇਹ ਪਿਛਲੀ ਸਕਿੱਲਸ ਦੇ ਵਿੱਚ ਮਜ਼ਾ ਆਇਆ, ਇੰਜੋਏ ਕੀਤਾ ਤੁਸੀਂ, ਤੇ ਫਿਰ ਵੀ ਤੁਸੀਂ ਅੱਛੇ ਪ੍ਰੋਗਰਾਮਰ ਬਣ ਸਕਦੇ ਹੋ। ਇਹਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਬਈ ਪ੍ਰੋਗਰਾਮਰ ਬਣਨ ਲਈ ਤੁਹਾਨੂੰ ਬੀਟੈਕ ਜਾਂ ਇੰਜੀਨੀਅਰ ਹੋਣਾ ਜ਼ਰੂਰੀ ਹੈ। ਇਹ ਇੰਪੋਰਟੈਂਟ ਚੀਜ਼ ਨਹੀਂ ਹੈ। ਅਗੇਨ, ਜਿੱਦਾਂ ਡਰਾਇੰਗ ਦੇ ਕੋਰਸਿਸ, ਗ੍ਰਾਫਿਕ ਡਿਜ਼ਾਈਨ ਦੇ ਕੋਰਸਿਸ YouTube ਤੇ ਹੈਗੇ, ਹਰ ਲੈਂਗੁਏਜ ਤੇ, ਹਰ ਕੰਪਿਊਟਰ ਲੈਂਗੁਏਜ ਦੇ ਕੋਰਸਿਸ YouTube ਤੇ ਹੈਗੇ ਹੈ ਕਿ ਤੁਸੀਂ ਪ੍ਰੋਗਰਾਮਿੰਗ ਸਿੱਖ ਸਕਦੇ ਹੋ। ਲੇਕਿਨ ਸਿਰਫ ਮਤਲਬ ਵਿਦਆਊਟ ਕੰਪਿਊਟਰ ਉਹ ਕੋਰਸਿਸ ਦੇਖਣਾ ਔਰ ਪ੍ਰੈਕਟਿਸ ਕਰਨਾ, ਉਹਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ। ਸੋ ਕੰਪਿਊਟਰ ਕਿੱਥੋਂ ਬੰਦੋਬਸਤ ਕਰਨਾ ਕਿ ਤੁਹਾਡੇ ਕੋਲ ਹੋਏ, ਉਹ ਬਹੁਤ ਲਾਜ਼ਮੀ ਬਣ ਜਾਂਦਾ। ਅੱਛਾ ਜੀ, ਇਨਟੈਂਜੀਬਲ ਐਸੈਟਸ ਦੇ ਲਈ ਅਗੇਨ ਸਾਡੀ ਜਿਹੜੀ ਐਪ ਹੈਗੀ ਹੈ ਕਰੀਅਰ ਇੰਜਨ, ਉਹਦੇ ਵਿੱਚ ਲਿਸਟ ਹੈਗੀ ਹੈ ਕਿ ਬਈ ਜੇ ਤੁਸੀਂ ਐਪਸ ਬਣਾਉਣੀਆਂ ਹੈ, ਵੈਬਸਾਈਟਸ ਬਣਾਉਣੀਆਂ ਹੈ, ਤੇ ਇਹ ਵਾਲੇ ਕੋਰਸਿਸ ਬਿਗਿਨਰ ਲੈਵਲ ਲਈ ਹੈ, ਇਹ ਇੰਟਰਮੀਡੀਏਟ ਲਈ ਹੈ, ਇਹ ਐਡਵਾਂਸਡ ਵਾਲੇ ਹੈਗੇ। ਉਹ ਸਾਡੀ ਐਪ ਦੇ ਵਿੱਚ ਪੂਰੀ ਲਿਸਟ ਹੈਗੀ ਹੈ। ਔਰ ਸਕੇਲ ਵਾਲੀ ਗੱਲ ਉੱਥੇ ਆ ਜਾਂਦੀ ਹੈ ਕਿ ਜੇ ਕੰਪਿਊਟਰ ਨਹੀਂ ਹੈ, ਕੋਸ਼ਿਸ਼ ਕਰੋ ਕਿਤੇ ਜਾਓ ਔਰ ਉਹਨਾਂ ਨੂੰ ਕਹੋ ਕਿ ਮੈਂ ਤੁਹਾਡੇ ਲਈ ਕੀ ਕੰਮ ਕਰ ਸਕਦਾ ਹਾਂ। ਸ਼ਾਇਦ 3 ਘੰਟੇ ਕੁਝ ਕੰਮ ਕਰੋ ਔਰ ਕਹੋ ਕਿ ਜੀ ਬਾਕੀ ਦੇ ਜਿਹੜੇ ਦਿਨ ਦੇ 3-4 ਘੰਟੇ ਹੈ ਮੈਂ ਸਿੱਖਣਾ ਚਾਹੁੰਦਾ ਹੈ ਔਰ ਮੇਰੀ ਥੋੜੀ ਜਿਹੀ ਹੈਲਪ ਕਰ ਦਿਓ ਤਾਂ ਕਿ ਮੈਂ ਤੁਹਾਡਾ ਕੰਪਿਊਟਰ ਯੂਜ਼ ਕਰ ਸਕਾਂ। ਸੋ ਇੱਦਾਂ ਦਾ ਵੀ ਕੁਝ ਅਰੇਂਜਮੈਂਟ ਦੇਖੋ, ਢੂੰਡੋ, ਜੇ ਤੁਹਾਨੂੰ ਪ੍ਰੋਗਰਾਮਿੰਗ ਦਾ ਇੰਟਰਸਟ ਲੱਗਦਾ। ਔਰ ਜੇ ਅਸੀਂ ਪ੍ਰੋਗਰਾਮਰ ਦਾ ਕਰੀਅਰ ਦੇਖੀਏ, ਸੇਮ ਚੀਜ਼। ਸਾਰੇ ਬੱਚੇ ਜਿਹੜੇ ਆਉਂਦੇ ਪਹਿਲਾਂ ਉਹ ਜੂਨੀਅਰ ਪ੍ਰੋਗਰਾਮਰ ਹੁੰਦੇ, ਮਤਲਬ ਕਿ ਉਹ ਪੂਰਾ ਪ੍ਰੋਗਰਾਮ ਨਹੀਂ ਕਰਨਗੇ, ਉਹ ਪ੍ਰੋਗਰਾਮ ਦਾ ਇੱਕ ਛੋਟਾ ਜਿਹਾ ਹਿੱਸਾ ਪ੍ਰੋਗਰਾਮ ਕਰਨਗੇ। ਔਰ ਫਿਰ ਜਦੋਂ ਇਹਨਾਂ ਬੱਚਿਆਂ ਨੂੰ, ਕਿਉਂਕਿ ਇਸ ਸਟੈਪ ਦੇ ਉੱਤੇ ਜਿਹੜਾ ਮੋਟ ਹੈ ਉਹ ਬਹੁਤ ਛੋਟਾ ਹੈ, ਕੋਈ ਗੈਪ ਨਹੀਂ ਹੈ ਜਿਹੜੇ ਨਵੇਂ ਪ੍ਰੋਗਰਾਮਰ ਆ ਰਹੇ ਆ ਔਰ ਜਿਹੜੇ ਜੂਨੀਅਰ ਪ੍ਰੋਗਰਾਮਰ ਆ ਰਹੇ ਹੈਗੇ ਨੇ। ਜਦੋਂ ਜੂਨੀਅਰ ਪ੍ਰੋਗਰਾਮਰ ਨੂੰ 1-2 ਸਾਲ ਹੋ ਜਾਂਦੇ, ਫਿਰ ਉਹ ਸੌਫਟਵੇਅਰ ਡਿਵੈਲਪਰ ਬਣ ਜਾਂਦਾ, ਜਿੱਥੇ ਉਹ ਕਹੇਗਾ ਹਾਂ ਬਈ ਮੈਂ ਇਹ ਪੂਰਾ ਪ੍ਰੋਜੈਕਟ ਕਰਾਂਗਾ ਔਰ ਮੇਰੀ ਟੀਮ ਦੇ ਵਿੱਚ ਮੈਨੂੰ 3 ਜੂਨੀਅਰ ਪ੍ਰੋਗਰਾਮਰ ਚਾਹੀਦੇ ਆ, ਔਰ ਉਹ ਕਹੇਗਾ ਕਿ ਇੱਕ ਪਾਰਟ ਮੈਂ ਕਰਾਂਗਾ, ਬਾਕੀ 3 ਜਿਹੜੇ ਹੈਗੇ ਉਹ 3 ਪਾਰਟ ਅਲੱਗ ਕਰਨਗੇ, 3 ਜੂਨੀਅਰ ਪ੍ਰੋਗਰਾਮਰ, ਔਰ ਫਿਰ ਸਾਰਾ ਕੁਝ ਮਿਲ ਕੇ ਅਸੀਂ ਪ੍ਰੋਗਰਾਮ ਚੈੱਕ ਕਰਾਂਗੇ ਔਰ ਫਿਰ ਅਸੀਂ ਆਪਣੇ ਟੀਮ ਲੀਡਰ ਨੂੰ ਦੇਵਾਂਗੇ। ਟੀਮ ਲੀਡਰ ਅੱਗੇ ਜਾ ਕੇ ਸੌਫਟਵੇਅਰ ਡਿਵੈਲਪਰ ਤੋਂ ਇੱਕ ਇਹੋ ਜਿਹਾ ਪਰਸਨ ਹੋਏਗਾ ਜਿਹੜਾ ਕਿ ਕਹੇਗਾ ਓਕੇ ਮੇਰੇ ਕੋਲ ਟੀਮ ਹੈਗੀ ਹੈ,
मैं डिसाइड करांगा सॉफ्टवेयर डेवलपर केड़ा पीस करेगा ते केड़ा जूनियर प्रोग्रामर केड़ा पीस करेगा, और टीम लीडर खुद शायद उन्होंने प्रोग्रामिंग का इन्ना मौका ना मिले, लेकिन उन्होंने सारा कुछ पता है तो वो मैनेज कर सकता है दूजे ਨੂੰ। CTO ਹੁੰਦਾ है चीफ टेक्नोलॉजी ऑफिसर। सो CTO डिसाइड करेगा कि किहड़े सर्वर्स किहड़ी लैंग्वेज यूज होएगी, किस चीज़ ਲਈ होएगी, किहड़ा प्लेटफॉर्म यूज करना है, किहड़ा फ्रेमवर्क यूज करना है, और ਉਹਦੇ ਕੋਲ एक तो ज़्यादा टीम लीड हो सकते हैं डिपेंडिंग ऑन कंपनी का की साइज है। और जिदा ग्राफिक डिजाइनर ਵਿੱਚ देखिया ਸੀਗਾ, ਇੱਥੇ ਮੋਟ ਘੱਟ ਹੈ, ਪੈਸੇ ਘੱਟ ਨੇ, ਫਿਰ ਹੌਲੀ ਹੌਲੀ ਮੋਟ ਵੱਡਾ ਹੁੰਦਾ ਜਾਂਦਾ ਹੈ, ਔਰ ਤਰੱਕੀ ਔਰ ਪੈਸੇ ਦੋਨੋਂ ਵੱਧਦੇ ਨੇ as you grow in the role। ਐਂਡ ਇੱਕ ਵਾਰੀ ਫਿਰ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਬਈ ਤੁਹਾਨੂੰ ਯਾਦ ਰਹੇ ਕਿ ਉਹੀ ਕੰਮ ਕਰੋ ਜਿਹੜਾ ਤੁਸੀਂ ਇੰਜੋਏ ਕਰਦੇ ਹੋ, ਜਿਹਦੇ ਵਿੱਚ ਤੁਸੀਂ ਚੰਗੇ ਹੋ, ਜਿਹਦੇ ਵਿੱਚ ਪੈਸੇ ਵਧੀਆ ਮਿਲ ਰਹੇ ਨੇ, ਔਰ ਜਿਹਦੀ ਮਾਰਕੀਟ ਨੂੰ ਲੋੜ ਹੈਗੀ। ਸੋ ਜੇ ਤੁਸੀਂ ਹੁਣ ਸੋਚੋ ਕਿ ਇਹ ਸਾਰੀ ਪ੍ਰੈਜੈਂਟੇਸ਼ਨ ਦਾ ਜਿਹੜਾ ਨਿਚੋੜ ਹੈ ਉਹ ਕੀ ਹੈ, ਉਹ ਇਹੀ ਹੈ ਕਿ ਬਈ ਤੁਹਾਨੂੰ ਹਮੇਸ਼ਾ ਆਪਣੀ ਲਾਈਫ ਵਿੱਚ ਸਿੱਖਣਾ ਪਏਗਾ all the time। ਕੀ ਸਿੱਖ ਰਹੇ ਹੋ ਇਹ ਚੇਂਜ ਹੋ ਸਕਦਾ ਹੈ, ਕਦੋਂ ਸਿੱਖ ਰਹੇ ਹੋ, ਕਿਸ ਤਰੀਕੇ ਨਾਲ ਸਿੱਖ ਰਹੇ ਹੋ ਇਹ ਚੇਂਜ ਹੋ ਸਕਦਾ ਹੈ, ਲੇਕਿਨ ਸਿੱਖਣ ਦੇ ਲਈ ਯੂ ਹੈਵ ਟੂ ਬੀ ਓਪਨ। ਕਦੀ ਜਿਹੜਾ ਸਿੱਖਣ ਦੀ ਜਿਹੜੀ क्षमता ਹੈਗੀ ਹੈ ਜਾਂ ਸਿੱਖਣ ਲਈ ਇੱਛਾ ਜਿਹੜੀ ਹੈਗੀ ਹੈ ਇਹਨੂੰ ਬਿਲਕੁਲ ਨਾ ਰੋਕੋ। ਯੂ ਹੈਵ ਟੂ ਲਰਨ all the time। ਤੁਹਾਡੇ ਕੋਲ ਡਿਗਰੀ ਹੈ ਜਾਂ ਨਹੀਂ ਹੈ, ਸਹੀ ਡਿਗਰੀ ਹੈ ਜਾਂ ਨਹੀਂ ਹੈ, ਇੰਪੋਰਟੈਂਟ ਨਹੀਂ ਹੈ, ਜ਼ਿਆਦਾ ਇੰਪੋਰਟੈਂਟ ਹੈ ਸਕਿੱਲਸ, ਕਿ ਤੁਹਾਨੂੰ ਉਹ ਹੁਨਰ ਆਂਦਾ ਹੈ ਕਿ ਨਹੀਂ ਆਂਦਾ, ਸਕਿੱਲ ਆਂਦੀ ਹੈ ਕਿ ਨਹੀਂ ਆਂਦੀ, ਔਰ ਜੇ ਆਂਦੀ ਹੈ ਤੇ ਉਹਨੂੰ ਪ੍ਰੋਪਰਲੀ ਦੁਨੀਆ ਨੂੰ ਦਿਖਾਓ। ਕਿਉਂਕਿ ਹੋ ਸਕਦਾ ਹੈ ਤੁਸੀਂ ਸਭ ਤੋਂ ਵਧੀਆ ਪ੍ਰੋਗਰਾਮਰ ਹੋ, ਲੇਕਿਨ ਜੇ ਇੱਕ ਜੌਬ ਦੇ ਲਈ 10,000 ਰੈਜ਼ਿਊਮੇ ਗਿਆ ਹੈ ਤੇ ਤੁਹਾਡਾ ਰੈਜ਼ਿਊਮੇ ਖੋਲਣ ਲਈ ਬਹੁਤ ਘੱਟ ਚਾਂਸਸ ਨੇ। ਸੋ ਆਪਣਾ ਰੈਜ਼ਿਊਮੇ ਇਹੋ ਜਿਹਾ ਬਣਾਓ, ਕਵਰ ਲੈਟਰ ਇਹੋ ਜਿਹਾ ਬਣਾਓ ਕਿ ਤੁਹਾਡਾ ਰੈਜ਼ਿਊਮੇ ਖੋਲਿਆ ਜਾਏ। ਸੋ ਜਿੱਦਾਂ ਗ੍ਰਾਫਿਕ ਡਿਜ਼ਾਈਨ ਦੇ ਵਿੱਚ ਔਰ ਜਿੱਦਾਂ प्रोग्रामिंग ਦੇ ਵਿੱਚ ਆਪਣਾ ਪ੍ਰੋਗਰਾਮ, ਆਪਣਾ ਗ੍ਰਾਫਿਕ ਡਿਜ਼ਾਈਨ ਕਿਸੇ ਵੈਬਸਾਈਟ ਤੇ ਲਗਾਓ, ਔਰ ਉਹ ਵੈਬਸਾਈਟ ਦਾ ਲਿੰਕ ਤੁਹਾਡੇ ਕਵਰ ਲੈਟਰ ਵਿੱਚ ਹੋਣਾ ਚਾਹੀਦਾ ਹੈ ਔਰ ਰੈਜ਼ਿਊਮੇ ਦੇ ਵਿੱਚ ਵੀ ਹੋਣਾ ਚਾਹੀਦਾ, ਤਾਂ ਕਿ ਆਸਾਨੀ ਨਾਲ ਜਿਹੜਾ HR ਮੈਨੇਜਰ ਹੈ ਜਦੋਂ ਤੁਹਾਡਾ ਕਵਰ ਲੈਟਰ ਜਾਂ ਈਮੇਲ ਪੜ੍ਹੇ ਤੇ ਉਹ ਕਹੇ ਓਕੇ ਯਾਰ ਇਹਨੇ ਲਿੰਕ ਦਿੱਤਾ ਹੈ, ਚਲੋ ਮੈਂ ਲਿੰਕ ਤੇ ਕਲਿੱਕ ਕਰਕੇ ਦੇਖਾਂ। ਔਰ ਜੇ ਉਹ ਲਿੰਕ ਦੇਖ ਕੇ ਉਹ ਇੰਪ੍ਰੈਸ ਹੁੰਦਾ ਹੈ ਜਾਂ ਇੰਪ੍ਰੈਸ ਹੁੰਦੀ ਹੈ, ਉਹ ਕਹੇਗਾ ਠੀਕ ਹੈ ਇਹ ਰੈਜ਼ਿਊਮੇ ਨੂੰ ਸਾਈਡ ਤੇ ਕਰ ਦਿੰਦੇ ਆ, ਇਸ ਬੰਦੇ ਨੂੰ ਬੁਲਾਣਾ ਹੈ। ਲੇਕਿਨ ਜੇ ਤੁਸੀਂ ਸਾਰੀ ਇਨਫੋਰਮੇਸ਼ਨ ਰੈਜ਼ਿਊਮੇ ਵਿੱਚ ਪਾਈ ਹੈ ਔਰ ਰੈਜ਼ਿਊਮੇ ਅਟੈਚ ਕੀਤਾ ਹੋਇਆ ਹੈ ਈਮੇਲ ਨੂੰ, ਇਹ ਲੋਕੀ ਇੰਨੀ ਮਿਹਨਤ ਨਹੀਂ ਕਰਦੇ ਕਿ ਬਈ ਉਹ ਹੁਣ ਖੋਲੇ, ਡਬਲ ਕਲਿੱਕ ਕਰੇ, ਡਾਊਨਲੋਡ ਕਰੇ, ਰੈਜ਼ਿਊਮੇ ਓਪਨ ਕਰੇ। ਅੱਛਾ ਕਵਰ ਲੈਟਰ ਬਣਾਓ ਤਾਂ ਕਿ ਇੰਪ੍ਰੈਸ਼ਨ ਸ਼ੁਰੂ ਤੋਂ ਹੀ ਵਧੀਆ ਰਹਿੰਦਾ। ਜਿਹੜਾ ਤੁਹਾਡਾ ਕੰਪੀਟੀਸ਼ਨ ਹੈ ਯਾਦ ਰੱਖੋ ਉਹ ਦੂਜੇ ਲੋਕਾਂ ਨਾਲ ਹੈ, ਔਰ ਕਾਫੀ ਹੱਦ ਤੱਕ ਜਿਹੜੇ ਦੂਜੇ ਲੋਕ ਹੈਗੇ ਆ ਉਹ ਮਿਹਨਤ ਨਹੀਂ ਕਰਦੇ, ਉਹ ਫੇਸਬੁੱਕ ਤੇ ਜਾਂਦੇ ਆ ਜਾਂ YouTube ਤੇ ਗਾਣੇ ਸ਼ਾਣੇ ਸੁਣਦੇ ਆ। ਕੋਸ਼ਿਸ਼ ਕਰੋ ਕਿ ਉਹਨਾਂ ਤੋਂ ਦੂਰ ਆਪਣਾ ਮੋਟ ਵੱਡਾ ਬਣਾਓ, ਉਹਨਾਂ ਵਿੱਚ ਔਰ ਤੁਹਾਡੇ ਦੇ ਵਿੱਚ ਗੈਪ ਵੱਡਾ ਹੋਣਾ ਚਾਹੀਦਾ ਹੈ, ਔਰ ਤੁਹਾਡਾ ਕੰਪੀਟੀਸ਼ਨ ਘੱਟ ਹੋ ਜਾਏਗਾ ਜੇ ਤੁਸੀਂ ਹਰ ਰੋਜ਼ every single day ਤੁਸੀਂ ਆਪਣੀ ਸਕਿੱਲ ਲਰਨ ਕਰ ਰਹੇ ਹੋ ਤੇ ਪ੍ਰੈਕਟਿਸ ਕਰ ਰਹੇ ਹੋ। ਔਰ ਇਹਦਾ ਇੱਕ ਬੜਾ ਵਧੀਆ ਐਗਜ਼ਾਮਪਲ ਮੈਂ ਦੇਣਾ, ਜੇ ਤੁਸੀਂ ਮੈਥਮੈਟਿਕਲੀ ਸਪੀਕਿੰਗ ਜੇ ਤੁਸੀਂ ਹਰ ਰੋਜ਼ 1% ਇੰਪਰੂਵਮੈਂਟ ਕਰਦੇ ਹੋ ਔਰ ਤੁਸੀਂ 365 ਦਿਨ ਪੂਰੇ ਦਿਨ ਸਾਲ ਦੇ ਕਰਦੇ ਹੋ ਇਹੀ ਚੀਜ਼, getting better, practicing your skill every day, at the end of the year 1% every day ਦੇ behalf ਦੇ ਉੱਤੇ you will be 37 ਗੁਣਾ better than anyone else। So conclusion basically is ਕਿ ਤੁਹਾਡਾ success ਜਾਂ ਤੁਹਾਡਾ failure ਤੁਹਾਡੇ ਹੱਥ ਵਿੱਚ ਹੈਗੀ ਹੈ। ਕਿੰਨੀ ਮਿਹਨਤ ਕਰਨੀ ਹੈ, 24 ਘੰਟਿਆਂ ਦਾ ਮਾਇਨਾ ਕਿੱਦਾਂ ਤੁਸੀਂ ਨਿਚੋੜ ਮਤਲਬ ਬਿਲਕੁਲ ਵਧੀਆ ਕੱਢਣਾ ਹੈ ਕਿ ਬਈ ਜਿਹੜੇ 10 ਘੰਟੇ ਤੁਸੀਂ ਜਾਗ ਰਹੇ ਹੋ ਤੁਸੀਂ ਆਪਣਾ ਬ੍ਰੇਨ ਯੂਜ਼ ਕਰੋ ਪ੍ਰੋਪਰਲੀ, ਫੋਕਸ, ਪ੍ਰੈਕਟਿਸ, ਗੈਟ ਬੈਟਰ। ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਰੈਡੀ ਹੋ ਫਿਰ ਆਪਣਾ ਪੋਰਟਫੋਲੀਓ ਬਣਾਓ ਔਰ ਦੁਨੀਆ ਨੂੰ ਦਿਖਾਓ ਕਿ ਕੀ ਤੁਹਾਡੇ ਦੇ ਵਿੱਚ ਸਕਿੱਲ ਹੈਗੀ ਹੈ, ਆਪਣੇ ਪ੍ਰੋਜੈਕਟਸ ਆਨਲਾਈਨ ਕਰੋ। ਸੋ ਇਹ ਸੀਗੀ ਇਹ ਵਾਲੀ ਪ੍ਰੈਜੈਂਟੇਸ਼ਨ, ਔਰ ਆਈ ਹੋਪ ਕਿ ਇਹਦੇ ਵਿੱਚੋਂ ਤੁਹਾਨੂੰ ਕੁਝ ਯੂਜ਼ਫੁਲ ਇਨਫੋਰਮੇਸ਼ਨ ਮਿਲੀ ਜਿਹੜੀ ਤੁਸੀਂ ਆਪਣੇ ਕਰੀਅਰ ਦੇ ਵਿੱਚ ਔਰ ਕਰੀਅਰ ਦੇ ਲਈ ਅਪਲਾਈ ਕਰ ਸਕਦੇ ਹੋ। ਥੈਂਕ ਯੂ।